ਗੁਰਦਿਆਲ ਸਿੰਘ ਦਾ ਨਾਵਲ ਪਰਸਾ। ਪਹਿਲਾ ਪਲਾੜੇ ਦੇ ਮੇਲੇ ਤੋਂ ਮੁੜਦਿਆਂ ਸਰੂਪਾ ਸਾਰੇ ਰਾਹ ਕੌਰਵ ਪਾਂਡਵਾਂ ਦੀਆਂ ਕਹਾਣੀਆਂ ਸੁਣਾਉਂਦਾ ਆਇਆ ਸੀ, ਪਰ ਸੂਏ ਨੇੜੇ ਆ ਕੇ ਛਿਪਦੇ ਸੂਰਜ ਵੱਲ ਝਾਕਦਿਆਂ ਉਹਨੇ ਪ੍ਰਸੰਗ ਬਦਲ ਲਿਆ। ਜਦੋਂ ਨਰਸਿੰਘ ਅਵਤਾਰ ਧਾਰ ਕੇ ਵਿਸ਼ਨੂੰ ਨੇ ਹਰਨਾਕਸ਼ ਦਾ ਵੱਧ ਕੀਤਾ ਹੈ, ਉਦੋਂ ਬਸ ਇਹੋ ਜਿਹਾ ਵੇਲਾ ਹੀ ਸੀ। ਹਰਨਾਕਸ਼ ਨੇ ਬਰਮਾ ਤੋਂ ਵਰ ਲਿਆ ਸੀ ਵੀ ਨਾ ਮੈਂ ਦਿਨੇ ਮਰਾਂ, ਨਾ ਰਾਤ ਨੂੰ, ਨਾ ਦੇਵੀ ਦੇਵਤੇ ਤੋਂ ਮਰਾਂ, ਨਾ ਨਰ ਤੇ ਸੁਰ ਤੋਂ, ਨਾ ਕਿਸੇ ਹਥਿਆਰ ਨਾਲ ਮਰਾਂ, ਨਾ ਅਗਨੀ ਚ ਸੜਾ, ਨਾ ਧਰਤੀ ਤੇ ਮਰਾਂ, ਨਾ ਛੱਤ ਹੇਠ, ਨਾ ਬਾਹਰ ਅੰਬਰ ਹੇਠ। ਇਸੇ ਕਰਕੇ ਵਿਸ਼ਨੂੰ ਨੇ ਨਰਸਿੰਘ ਅਵਤਾਰ ਧਾਰਿਆ, ਜਿਹਦਾ ਉਤਲਾ ਧੜ ਛੇੜਦਾ ਸੀ ਹੇਠਲਾ ਬੰਦੇ ਦਾ। ਫਿਰ ਦੇਲੀ ਤੇ ਬਹਿ ਕੇ ਪੱਟਾਂ ਤੇ ਸਿੱਟ ਕੇ ਨੌਂਦਰਾਂ ਨਾਲ ਉਹਦਾ ਢਿੱਡ ਪਾੜਿਆ। ਉਦੋਂ ਆਹੀ ਵੇਲਾ ਸੀ, ਨਾ ਦਿਨ ਨਾ ਰਾਤ, ਸੂਰਜ ਅੰਦਰ ਬਾਹਰ ਸੀ। ਕਹਾਣੀ ਅਜੇ ਅਧੂਰੀ ਸੀ। ਬਚਨਾ ਮੱਗੋ ਤੇ ਮਾਲਾ ਕੁਝ ਝਿਜਕੇ ਤੇ ਫਿਰ ਇਉਂ ਰੁਕ ਗਏ ਜਿਵੇਂ ਸਾਹਮਣੇ ਸੱਪ ਦਿਸਿਆ ਹੋਵੇ। ਸ਼ੱਕੀ ਨਜ਼ਰਾਂ ਨਾਲ ਪਹਿਲਾਂ ਸਾਹਮਣੇ ਸੂਏ ਦੀ ਪਟੜੀ ਵੱਲ ਝਾਕਦੇ ਰਹੇ, ਫਿਰ ਖੱਬੇ ਸੱਜੇ ਨਿਗਾਹ ਮਾਰਨ ਲੱਗ ਪਏ। ਪਰ ਜਦੋਂ ਪਿਛਾਂ ਦੇਖਿਆ ਤਾਂ ਸਰੂਪਾ ਸਰਕੜਿਆਂ ਉਹਲੇ ਪਤਾ ਨਹੀਂ ਛਲੇਡਿਆਂ ਕਿੱਧਰ ਛਿਤਮ ਹੋ ਗਿਆ ਸੀ। ਆਪਣੇ ਹਥਿਆਰ ਸੋਗਮੀ ਨਾਲ ਸੰਭਾਲਦੇ ਉਹ ਤਿੰਨੇ ਜਦੋਂ ਪਟੜੀ ਵੱਲ ਵਧੇ ਤਾਂ ਦੁਸਾਂਗੀ ਕਿੱਕਰ ਉਹਲਿਓਂ ਨਿਕਲੇ ਦੋ ਸ਼ੱਕੀ ਬੰਦਿਆਂ ਨੇ ਉਹਨਾਂ ਦਾ ਅੱਗਾ ਆ ਵਲਿਆ। ਦੋਹਾਂ ਨੇ ਮੰਡਾਸਿਆਂ ਨਾਲ ਮੂੰਹ ਕੱਸ ਕੇ ਭੋਥਿਆਂ ਦੇ ਲਾਂਗੜ ਮਾਰੇ ਸੀ। ਇੱਕ ਕੋਲ 5.5 ਹੱਥ ਲੰਮਾ ਬਰਛਾ ਸੀ ਤੇ ਦੂਜੇ ਕੋਲ ਇੱਕ ਨਾਲੀ ਦੇਸੀ ਬੰਦੂਕ। ਦੋਏ 4-4 ਹੱਥ ਲੰਮੇ ਜਵਾਨ ਤੇ ਹਿੱਕਾਂ ਮੋਢੇ ਪੋੜਾਂ ਵਰਗੇ ਨਰੋਏ ਤੇ ਚੌੜੇ। ਉਹ ਤਿੰਨੇ ਥਾਈਂ ਖੜੋਤੇ ਰਹੇ। ਤੁਸੀਂ ਟਿੱਬਿਆਂ ਵਾਲੀ ਭੈਣੀ ਵਾਲੇ ਹੋ ਨਾ? ਬੰਦੂਕ ਵਾਲੇ ਨੇ ਉਹਨਾਂ ਵੱਲ ਨਾਲੀ ਸਿੱਧੀ ਕਰਦਿਆਂ ਖਰਵੀ ਆਵਾਜ਼ 'ਚ ਕਿਹਾ। ਹਾਂ ਤਾਂ ਸਾਵੇਂ ਬਾਈਆਂ ਦਾ ਕਿਹੜਾ ਨਗਰ ਹੈ? ਬਚਨੇ ਨੇ ਠਰਮੇ ਨਾਲ ਪੁੱਛਿਆ। ਲੱਗ ਜਾਂਦਾ ਪਤਾ ਹੁਣੇ, ਬੰਦੂਕ ਵਾਲਾ ਫੇਰ ਬੋਲਿਆ। ਪਹਿਲਾਂ ਆਪਦੇ ਹਥਿਆਰ ਪੁੰਜੇ ਸੁੱਟ ਦਿਓ। ਉਹਨਾਂ ਨੇ ਤਿੱਖੀ ਨਜ਼ਰ ਨਾਲ ਦੇਖਿਆ। ਬਰਛੇ ਵਾਲਾ ਅਜੇ ਤਾਈਂ ਥੰਮ ਵਾਂਗ ਸਿੱਧਾ ਖੜੋਤਾ ਸੀ, ਜਿਵੇਂ ਗੂੰਗਾ ਹੋਵੇ। ਗੱਲ ਤਾਂ ਤੇਰੀ ਠੀਕ ਆ, ਬਚਨਾ ਉਸੇ ਸਥਿਰ ਆਵਾਜ਼ 'ਚ ਬੋਲਿਆ, ਪਰ ਐਂ ਭਰਾਵਾ ਹਥਿਆਰ ਕਿਵੇਂ ਸਿੱਟੇ ਜਾਂਦੇ ਆ? ਰੋਟੀਆਂ ਤਾਂ ਅਸੀਂ ਵੀ ਤੁਹਾਡੇ ਜਿੰਨੀਆਂ ਹੀ ਖਾ ਜਾਂਦੇ ਆ, 3-4। ਫੇਰ ਠੀਕ ਹੈ, ਬੋਲੋ ਤਕੜੇ। ਪਰ ਨਿਸ਼ਾਨਾ ਲਾਉਣ ਲਈ ਉਹਨੇ ਅਜੇ ਬੱਟ ਮੋਢੇ ਨਾਲ ਵੀ ਪੂਰੀ ਤਰ੍ਹਾਂ ਨਹੀਂ ਸੀ ਲਾਇਆ ਕਿ ਬੰਦੂਕ ਦੇ ਦੋ ਟੋਟੇ ਹੋ ਕੇ ਭੁੰਜੇ ਜਾ ਡਿੱਗੀ ਤੇ ਨਾਲ ਹੀ ਬਿਜਲੀ ਦੇ ਕੜਕਾਟੇ ਵਾਂਗ ਸਰੂਪੇ ਦੀ ਆਵਾਜ਼ ਸੁਣੀ, ਹੋਈ ਜਵਾਨਾ ਤਕੜਾ। ਤੇ ਉਦੋਂ ਹੀ ਬੰਦੂਕ ਵਾਲਾ ਗਰੋਲੀ ਵਾਂਗ ਰੁੜਦਾ ਖਤਾਨਾਂ 'ਚ ਜਾ ਡਿੱਗਿਆ। ਬਰਛੇ ਵਾਲੇ ਦੇ ਜਿਵੇਂ ਔਸਾਨ ਮਾਰੇ ਗਏ। ਉਹਦੇ ਸੰਭਲਣ ਤੋਂ ਪਹਿਲਾਂ ਹੀ ਬਚਨੇ ਨੇ ਬਿੱਲੇ ਵਾਂਗ ਛਾਲ ਮਾਰ ਕੇ ਗੰਡਾਸੀ ਦੇ ਇੱਕੋ ਵਾਰ ਨਾਲ ਬਰਛੇ ਨੂੰ ਗੰਨੇ ਵਾਂਗ ਵਿਚਕਾਰੋਂ ਟੁੱਕ ਦਿੱਤਾ। ਨਿਹੱਥਾ ਹੋਇਆ ਬਰਛੇ ਵਾਲਾ ਜਦੋਂ ਸੂਏ ਉੱਤੋਂ ਦੀ ਛਾਲ ਮਾਰਨ ਲੱਗਿਆ ਤਾਂ ਮੋਲੇ ਦੇ ਮੱਗੋ ਦੀਆਂ ਡਾਂਗਾਂ ਦੀ ਥੜਕਵੇਂ ਵਾਰਾਂ ਨਾਲ ਅਗਲੀ ਪਟੜੀ ਉੱਤੇ ਮੁੱਦੇ ਮੂੰਹ ਜਾ ਡਿੱਗਿਆ। ਫੇਰ ਉਹਨੂੰ ਉੱਠ ਕੇ ਝਿੜੀ ਵੱਲ ਭੱਜਦਿਆਂ ਵੇਖਿਆ ਤਾਂ ਮੋਲੇ ਤੋਂ ਬੋਲੇ ਬਿਨਾਂ ਨਹੀਂ ਰਹਿ ਗਿਆ। ਉਹ ਦੁਰ ਫਿੱਟੇ ਮੂੰਹ ਸਾਲੇ ਵੱਡੇ ਸੂਰਮੇ, ਉਹ ਮਾਂ ਦੇਣਿਓ ਐ ਭੱਜਣਾ ਸੀ ਤਾਂ ਆਏ ਫਿਰ। ਓਏ ਓਏ ਮੂਰਖਾ, ਬਚਨੇ ਨੇ ਉਹਨੂੰ ਕੋਈ ਭੈੜੀ ਗੱਲ ਦੇਣੋਂ ਪਹਿਲਾਂ ਹੀ ਝਿੜਕਿਆ। ਜ਼ਬਾਨ ਗੰਦੀ ਮਤ ਕਰੋ, ਜਿਹੜਾ ਕਾਂਡੀ ਦਿਖਾ ਗਿਆ ਉਹਦੇ ਨਾਲ ਆਪਣਾ ਕੀ ਲਾਗਾ ਦੇਗਾ। ਮੋਲੇ ਦੇ ਮੱਗੇ ਦੀਆਂ ਚਿੱਤ 'ਚ ਹੀ ਰਹਿ ਗਈਆਂ। ਭਾਈ ਜੀ ਤੂੰ ਨਾ ਆਪਦੀ ਬਾਣ ਛੱਡੀ, ਕਦੇ ਤਾਂ ਚਿੱਤ ਹੌਲਾ ਕਰਨ ਦਿਆ ਕਰ ਬੰਦੇ ਨੂੰ, ਮੋਲੇ ਨੇ ਢਿੱਲੀ ਜਿਹੀ ਆਵਾਜ਼ 'ਚ ਕਿਹਾ। ਪਰ ਹੁਣ ਬਚਨੇ ਤੇ ਸਰੂਪੇ ਦਾ ਧਿਆਨ ਉਹਨਾਂ ਵੱਲ ਨਹੀਂ ਸੀ। ਉਹ ਖਤਾਨ 'ਚ ਡਿੱਗੇ ਪਏ ਬੰਦੂਕ ਵਾਲੇ ਦੇ ਸੁਰਤ 'ਚ ਆਉਣ ਦੀ ਆਸ ਲਾਈ ਆਪਣੇ ਹਥਿਆਰ ਉਗਾਸੀ ਚਾਰੇ ਪਾਸਿਓਂ ਸੁਚੇਤ ਹੋਏ ਉਹਦੇ ਸਿਰ ਤੇ ਚੜੇ ਖੜੋਤੇ ਸੀ। ਪਰ ਬੰਦੂਕ ਵਾਲੇ ਨੂੰ ਖਾਸਾ ਚਿਰ ਸੁਰਤ ਨਹੀਂ ਆਈ। ਆਓ ਹੁਣ ਚੱਲੀਏ, ਮੋਲੇ ਨੇ ਬੰਦੂਕ ਦੇ ਦੋਏ ਟੋਟੇ ਚੁੱਕਦਿਆਂ ਕਿਹਾ। ਸਰੂਪੇ ਬਾਹਮਣ ਦੇ ਵਾਰ ਮਗਰੋਂ ਇਹ ਹੁਣ ਕਿਧਰੋਂ ਰਾਮ ਕਰਦਾ ਉੱਠ ਕੇ ਬਹਿ ਜੂ। ਉਦੋਂ ਹੀ ਮੱਗੋ ਨੇ ਵੀ ਸੂਏ ਦੇ ਪਾਣੀ 'ਚ ਡਿੱਗਿਆ ਬਰਛੇ ਦਾ ਫਲ ਵਾਲਾ ਟੋਟਾ ਕੱਢਦਿਆਂ ਕਿਹਾ, ਆਹ ਨਿਸ਼ਾਨੀ ਵੀ ਲੈ ਚੱਲੀਏ, ਪਿੰਡ ਵੜਨ ਜੋਗੇ ਹੋ ਜਾਣਗੇ। ਪਿੰਡ ਵੜਨ ਜੋਗੇ ਤਾਂ ਚੰਗੀ ਤਰ੍ਹਾਂ ਹੋ ਜਾਂਦੇ ਜੇ ਭਾਈ ਜੀ ਤੇ ਸਰੂਪਾ ਆ ਬੰਦੂਕ ਵਾਲੇ ਦੇ ਇੱਕੋ ਡਾਂਗ ਹੋਰ ਮਾਰਨ ਦਿੰਦੇ। ਮੋਲੇ ਨੇ ਪਿੰਡ ਵੱਲ ਤੁਰਦਿਆਂ ਆਖਿਆ, ਹਿੱਖਾਂ ਸ਼ਰਮ ਨਹੀਂ ਆਉਂਦੀ, ਡਿੱਗੇ ਪਏ ਨੇ ਹੱਥੇ ਬੰਦੇ ਤੇ ਵਾਰ ਕਰਨਾ ਕੋਈ ਸੂਰਮੇ ਦਾ ਕਰਮ ਹੈ, ਮੂਰਖਾ। ਅੰਗ ਦੂਸਰਾ। ਅਗਲੇ ਦਿਨ ਪਿੰਡ ਵਾਲੇ ਸੂਏ ਵਾਲੀ ਵਾਰਦਾਤ ਦੀਆਂ ਗੱਲਾਂ ਹੁੰਦੀਆਂ ਰਹੀਆਂ। ਵੱਡੇ ਬਜ਼ੁਰਗ ਸਭ ਖੁਸ਼ ਸੀ ਕਿ ਮੁੰਡਿਆਂ ਨੇ ਪਿੰਡ ਦੀ ਇੱਜ਼ਤ ਬਚਾ ਲਈ ਸੀ, ਤੇ ਜੇ ਆਪ ਸੱਠਾਂ ਕਾ ਕੇ ਮੁੜਦੇ ਤਾਂ ਸਾਰੇ ਇਲਾਕੇ 'ਚ ਹਿੱਠੀ ਹੋਣੀ ਸੀ। ਅਣਜੱਖੀ ਮੰਡੀਰ ਉਹ ਖਤਾਨ ਵੇਖਣ ਵੀ ਤੁਰ ਪਈ ਜਿੱਥੇ ਬੰਦੂਕ ਵਾਲਾ ਬੇਸੁਰਤ ਪਿਆ ਦੱਸੀਂਦਾ ਸੀ, ਪਰ ਉੱਥੇ ਪਰਲੀ ਪਟੜੀ ਤੋਂ ਗਾਂਹ ਟਿੱਬੀ ਉੱਤੇ 17-18 ਧੌੜੀ ਦੀ ਜੁੱਤੀ ਦੇ ਨਿਸ਼ਾਨਾਂ ਤੋਂ ਬਿਨਾਂ ਕੁਝ ਵੀ ਨਹੀਂ ਸੀ ਦਿਸਿਆ।
ਹੱਥ ਨੇ ਬਚਣਾ ਸਰੂਪੇ ਕੇ ਖੇਤ ਖਾਲ ਦੀ ਵੱਟ ਤੇ ਬਹਿ ਕੇ ਸੁੱਤੇ ਹੀ ਰਾਤ ਵਾਲੀ ਗੱਲ ਕਰਦਾ ਬੋਲਿਆ, ਹੈ ਬਈ ਬਾਜੇ ਬੰਦੇ ਕੈਸੇ ਸੁਣਨੇ ਹੁੰਦੇ ਆ, ਭਲਿਆ ਲੋਕਾ ਇਹ ਟੰਬਾ ਤੂੰ ਚੱਕਦਾ ਹੀ ਕਾਹਨੂੰ ਹੈ? ਜੇ ਘੋੜਾ ਨਹੀਂ ਦੱਬਣਾ ਤਾਂ, ਜੇ ਚੱਕ ਲਈ ਤਾਂ ਫਿਰ ਅੱਗਾ ਪਿੱਛਾ ਕੀ ਤਕਾਉਣਾ? ਵਰਾ ਦੇ ਤੈਂ ਤੈਂ। ਇਹੋ ਜਿਹੇ ਮੌਕੇ ਵਿਚਾਰਾਂ 'ਚ ਪੈਣ ਦਾ ਕੀ ਮਤਲਬ? ਲੱਗ ਗਿਆ ਪਟੜੀ ਤੇ ਖੜੋ ਕੇ ਬਖਿਆਨ ਕਰਨ, ਹੈ ਬਈ ਅਕਲ ਦੇਖ ਤੂੰ, ਕਰਮੀ ਚੰਗੇ ਸੀ ਭਲੇ ਲੋਕ ਦੇ ਜਿਹੜੇ ਮੁੜ ਕੇ ਸੁਰਤੀ ਨਹੀਂ ਆਈ, ਨਹੀਂ ਗਵਾ ਲਈ ਸੀ ਜਾਨ ਗਰਨਿਆਂ ਦੇ ਭਾਈ ਕਮਲੇ ਨੇ। ਤੇ ਸਰੂਪਾ ਪਾਣੀ ਲਾਉਂਦਾ ਹੋਇਆ ਗੱਲਾਂ ਸੁਣਦਾ ਫਿਰਿਆ, ਆਪ ਕੁਝ ਨਹੀਂ ਬੋਲਿਆ, ਹੰਗੂਰਾ ਜ਼ਰੂਰ ਭਰਦਾ ਰਿਹਾ। ਤੀਸਰਾ ਅੰਗ। ਖਤਾਨਾ ਵਾਲੀ ਵਾਰਦਾਤ ਤੋਂ 30 ਵਰੇ ਮਗਰੋਂ ਉਸੇ ਥਾਂ ਫੇਰ ਵਾਕਿਆ ਹੋਇਆ। ਸਰੂਪੇ ਦਾ ਪਰਸਾ, ਬਚਨੇ ਦਾ ਪ੍ਰਧਾਨਾ, ਮੋਲੇ ਦਾ ਕਾਲੂ ਤੇ ਮੱਗੋ ਦਾ ਲੀਲੂ ਜਦੋਂ ਚੇਤ ਦੇ ਮਹੀਨੇ ਉਸੇ ਪਲਾੜੇ ਦੇ ਮੇਲੇ ਮੁੜ ਰਹੇ ਸੀ, ਉਸੇ ਪਟੜੀ ਉੱਤੇ ਦੁਸਾਂਗੀ ਕਿੱਕਰ ਕੋਲ 5 ਬੰਦੇ ਅਲੀ ਅਲੀ ਕਰਕੇ ਉਹਨਾਂ ਨੂੰ ਆ ਪਏ। 3 ਮਗਰਲੇ ਪਾਸਿਓਂ, 2 ਮੂਹਰਿਓਂ। ਹੋਇਓ ਤਕੜੇ, ਜੇ ਪਿਓ ਦੇ ਪੁੱਤੋਂ ਤਾਂ ਹੁਣ ਜਾਇਓ ਨਾ। ਮਗਰਲਿਆਂ ਚੋਂ ਇੱਕ ਨੇ ਲਲਕਾਰ ਕੇ ਕਿਹਾ, ਅਸੀਂ ਵੀ ਸਾਵੇਂ ਆ, ਆਪਦਿਆਂ ਘਰਦਿਆਂ ਤੋਂ ਪੁੱਛ ਲਓ ਜਾ ਕੇ। ਉਹਨਾਂ ਦੇ ਵਾਰ ਕਰਨ ਤੋਂ ਪਹਿਲਾਂ ਹੀ ਪਰਸੇ ਦੀ ਸੈਨਤ ਨਾਲ ਉਹਨਾਂ ਚੌਹਾਂ ਨੇ ਪਿੱਠਾਂ ਜੋੜ ਕੇ ਹਥਿਆਰ ਉਗਰ ਲਏ। ਜਦੋਂ ਡਾਂਗਾ ਗੰਡਾਸੇ 'ਚ ਗੜਿਆਂ ਵਾਂਗ ਵਰਨ ਲੱਗੇ ਤਾਂ ਸਰੂਪੇ ਵਾਂਗ ਹੀ ਪਰਸੇ ਨੇ 1-2 ਵਾਰਾਂ ਨਾਲ ਉਹਨਾਂ ਦੀਆਂ ਡਾਂਗਾਂ ਦੇ 2-2 ਟੋਟੇ ਕਰਤੇ। ਜਦੋਂ ਉਹ ਦੋਏ ਨਿਹੱਥੇ ਹੋ ਕੇ ਸੂਏ ਤੇ ਛਾਲਾ ਮਾਰ ਰਹੇ ਸੀ, ਪਰਸਾ ਉਹਨਾਂ ਦੇ ਮਗਰ ਨਹੀਂ ਭੱਜਿਆ। ਪਿਛਾਂ ਭੌਂ ਕੇ ਦੇਖਿਆ, ਬਾਕੀ 3 ਵੀ ਪ੍ਰਧਾਨੇ ਹੋਰਾਂ ਨੇ ਕੁੱਟ-ਕੁੱਟ ਕੇ ਨਿਸਲ ਕਰਤੇ ਸੀ। ਫਿਰ ਉਹਨਾਂ ਦੀਆਂ ਹੀ ਪੱਗਾਂ ਲਾਹ ਕੇ 3 ਦੀਆਂ ਮੁਸ਼ਕਾਂ ਕੱਸਦੀਆਂ। ਲੀਲੂ ਨੇ ਉਹਨਾਂ ਦੀਆਂ 2 ਡਾਂਗਾਂ ਤੇ 1 ਗੰਡਾਸੀ ਚੁੱਕ ਕੇ ਮੋਢੇ ਤੇ ਧਰਦਿਆਂ ਕਿਹਾ, ਇਹਨਾਂ ਬੇਲੀਆਂ ਨੂੰ ਪਿੰਡ ਨਾ ਲੈ ਚੱਲੀਏ ਸੈਲ ਕਰਾਉਣ, ਗਲੀਆਂ 'ਚ ਫੇਰਾਂ ਤੋਰਾਂਗੇ। ਖਾਂ ਮੂਰਖ, ਪ੍ਰਧਾਨੇ ਨੇ ਆਪਣੇ ਪਿਓ ਬਚਨੇ ਦੀ ਹੀ ਬੋਲੀ ਬੋਲਦਿਆਂ ਕਿਹਾ। ਬਹਾਦਰੀ ਗਲੀਆਂ 'ਚ ਰੋਲੀ ਦੀ ਹੁੰਦੀ ਹੈ, ਕਿਸੇ ਦੀ ਲੜਾਈ 'ਚ ਜਿੱਤ ਹਾਰ ਤਾਂ ਬਣੀ ਆਈ ਹੈ, ਕਿਸੇ ਸੂਰਮੇ ਦੀ ਪੱਤ ਗਲੀਆਂ 'ਚ ਰੋਲਣ ਦਾ ਕੀ ਮਤਲਬ? ਚੱਲ ਉਹ ਜਿਹੜੇ ਬਾਹਰ ਲੈਣ ਗਏ ਆ ਉਹਨਾਂ ਨੂੰ ਤਾਂ ਬਿੰਦ ਝਟ ਹੋਰ ਉਡੀਕ ਲਈਏ। ਕਾਲੂ ਬੋਲਿਆ, ਓਏ ਉਹ ਬਾਹਰ ਲੈਣ ਤਾਂ ਨਹੀਂ ਗਏ, ਉਹ ਤਾਂ ਬਾਹਰ ਲਾਉਣ ਗਏ ਆ, ਪਰਸੇ ਨੇ ਮੁਸਕਰਾ ਕੇ ਕਿਹਾ। ਨਾਲੇ ਫਿਰ ਆਪਾਂ ਕਿਹੜੇ ਕਿਤੇ ਭੱਜੇ ਚੱਲੇ ਆ, ਜਦੋਂ ਇਹ ਬਾਈ ਸੱਦਣਗੇ ਫੇਰ ਆ ਜਾਾਂਗੇ। ਆਪਣੀਆਂ ਤਾਂ ਹੱਦਾਂ ਸਾਂਝੀਆਂ, ਅਸੂਆ ਹੀ ਵਿਚਾਲੇ ਪੈਂਦਾ ਕਰਮਾਂ ਵਾਲਾ। ਇਹ ਤੇਰੀ ਗੱਲ ਠੀਕ ਹੈ, ਚੰਗਾ ਫਿਰ ਸੱਦ ਲਿਓ ਬਾਈ ਜਦੋਂ ਲੋੜ ਹੋਵੇ। ਕਾਲੂ ਨੇ ਮੱਛਰ ਕੇ ਮੁਸ਼ਕਾਂ ਵਾਲਿਆਂ ਵੱਲ ਝਾਕਦਿਆਂ ਕਿਹਾ, ਪਰ ਮੁਸ਼ਕਾਂ ਆਪੇ ਖੋਲਿਓ, ਆ ਗਈ ਸਮਝ? ਉਹਨਾਂ ਨੂੰ ਸੂਏ ਦੀ ਪਟੜੀ ਉੱਤੇ ਹੀ ਸਿਰ ਨਵਾਈ ਬੈਠੇ ਛੱਡ ਕੇ ਉਚਾਰੇ ਹੱਸਦੇ ਖੇਡਦੇ ਪਿੰਡ ਮੋੜ ਆਏ। 20 ਵਰੇ ਹੋਰ ਬੀਤ ਗਏ, ਪਰ ਪਿੰਡ ਦੀ ਸੱਥ 'ਚ ਸਰੂਪੇ ਕੇ ਪਰਿਵਾਰ ਦੀਆਂ ਗੱਲਾਂ ਅੱਜ ਵੀ ਉਵੇਂ ਛਿੜਦੀਆਂ ਸੀ। ਸਰੂਪੇ ਦੇ ਸਾਰੇ ਹਾਣੀਆਂ 'ਚੋਂ ਕੱਲਾ ਮੋਲਾ ਹੀ ਜਿਉਂਦਾ ਸੀ। ਪਿੰਡ ਦੇ ਗੱਭਰੂ ਉਹਨੂੰ ਘੇਰ ਕੇ ਬਿਠਾ ਲੈਂਦੇ, ਬਾਬਾ ਸੁਣਾ ਕੋਈ ਰੱਬ ਘਰ ਦੀ। ਕੀ ਸੁਣਾਈਏ ਸਾਊ, ਸਾਡੇ ਹੀ ਜ਼ਮਾਨੇ ਹੀ ਨਹੀਂ ਰਹੇ, ਤੁਹਾਡੇ ਜ਼ਮਾਨੇ ਹੋਰ ਆ, ਸਾਡੇ ਹੋਰ ਸੀ। ਪਰ ਜਦੋਂ ਵੀ ਉਹ ਗੱਲ ਛੇੜਦਾ ਮੁੜ ਮੁੜ ਕੇ ਸਰੂਪੇ ਕੇ ਲਾਣੇ ਤੇ ਪਹੁੰਚ ਜਾਂਦੀ। ਬਾਬਾ ਬਾਹਮਣ ਤਾਂ ਤੜਕੇ ਮੱਥੇ ਲੱਗਿਆ ਤਾਂ ਮਾੜਾ ਹੁੰਦਾ, ਤੂੰ ਸਾਰਾ ਦਿਨ ਇਹਨਾਂ ਦੀ ਕਥਾ ਛੇੜੀ ਰੱਖਦਾ। ਮੱਗੋ ਦਾ ਪੋਤਰਾ ਜਰਨੈਲ ਬੋਲਿਆ, ਓਏ ਦਾਦੀ ਦੇਣਿਆ, ਬਾਹਮਣ ਤਿਲ ਕਾਲਾ ਹੋਵੇ ਜਾਂ ਸਾਮ ਰੰਗਾ ਹੋਵੇ ਉਹ ਮਾੜਾ ਹੁੰਦਾ। ਜੱਟ ਬਾਹਮਣ ਤਾਂ ਮੱਥੇ ਲੱਗਿਆ ਵੀ ਚੰਗਾ ਤੇ ਉਹਦੀ ਸੰਗਤ ਵੀ ਚੰਗੀ, ਤੇ ਜੇ ਬਾਹਮਣ ਭਲਾ ਹੋਵੇ ਇਹਨਾਂ ਦੇ ਟੱਬਰ ਵਰਗਾ। ਬਚਨੇ ਦਾ ਪੋਤਰਾ ਕਰਮਾ ਹੱਸਿਆ, ਜੇ ਫੇਰ ਐ ਗੱਲ ਆ ਤਾਂ ਸਾਡਾ ਲੰਗੋਟੀਆ ਤੇਰਾ ਬਾਬਾ ਬਚਨਾ ਤਾਂ ਸਾਰਿਆਂ ਤੋਂ ਹੀ ਚੰਦਰਾ ਸੀ। ਕਿਉਂ, ਉਹ ਕਿਵੇਂ? ਜੇ ਬਾਹਮਣ ਦੇ ਹੱਥ ਛੁਰਾ ਮਾੜਾ ਹੁੰਦਾ ਹੈ ਤਾਂ ਤੇਰਾ ਬਾਬਾ ਸਾਰੰਗੀ ਵਜਾਉਂਦਾ ਹੁੰਦਾ ਸੀ, ਸੁਣਿਆ ਕਿ ਨਹੀਂ ਬਈ? ਬਾਹਮਣ ਦੇ ਹੱਥ ਛੁਰਾ ਉਹ ਵੀ ਬੁਰਾ, ਜੱਟ ਵਜਾਵੇ ਤੁਰਾ ਉਹ ਵੀ ਬੁਰਾ। ਨਾਲੇ ਬੱਚੂ ਮਾੜੀ ਚੰਗੀ ਜਾਤ ਨਹੀਂ ਹੁੰਦੀ, ਕਰਮ ਹੁੰਦੇ ਆ ਕਿ ਕਰਮ। ਆਪੇ ਤੂੰ ਕਹਿੰਦਾ ਹੁੰਨਾ ਬਈ ਫਲਾਣੀ ਜਾਤ ਉੱਤਮ ਹੈ, ਫਲਾਣੀ ਮਾੜੀ ਹੈ। ਜਰਨੈਲ ਦਾ ਇੱਕ ਮੁੱਛ ਫੁੱਟ ਬੇਲੀ ਪ੍ਰੀਤਾ ਬੋਲਿਆ, ਉਹ ਵੀ ਹੁੰਦੀ ਹੈ, ਪਰ ਇਹ ਸਭ ਕੁਝ ਬਦਲਦਾ ਰਹਿੰਦਾ। ਜਿਵੇਂ ਹੁਣ ਅਸੀਂ ਪਹਿਲਾਂ ਤੁਹਾਡੇ ਵਰਗੇ ਹੁੰਦੇ ਸੀ ਗੱਭਰੂ, ਉਦੋਂ ਤੁਹਾਡੇ ਵਾਂਗੂ ਮੋਢਿਆਂ ਉੱਤੋਂ ਦੀ ਥੁੱਕਦੇ ਹੁੰਦੇ ਸੀ, ਫਿਰ ਕਬੀਲਦਾਰ ਹੋ ਗਏ, ਜੂੜਾ ਗਲ ਪੈ ਗਿਆ, ਲੜਾਈਆਂ ਝਗੜੇ ਵੀ ਭੁੱਲ ਗਏ, ਹੁਣ ਗੋਡਿਆਂ ਤੋਂ ਉੱਠਿਆ ਵੀ ਨਹੀਂ ਜਾਂਦਾ। ਇਹ ਵੇਲੇ ਵੇਲੇ ਦਾ ਮੰਗਲ ਹੈ ਭਾਈ, ਵੇਲੇ ਨਾਲ ਤਾਂ ਰੁੱਖ ਵੀ ਸੁੱਕ ਜਾਂਦੇ ਆ ਤੇ ਵੇਲੇ ਨਾਲ ਹਰੇ ਭਰੇ ਵੀ ਹੋ ਜਾਂਦੇ ਆ। ਪਰ ਬਾਬਾ ਇਹ ਬਾਹਮਣ ਤਾਂ ਪਤਾ ਨਹੀਂ ਕਾਹਦੇ ਬਣੇ ਆ। ਬਾਬਾ ਸਰੂਪਾ ਮਰਨ ਤਾਈਂ ਵੀ ਖੂੰਡਾ ਖੜਕਾਉਣੋਂ ਨਹੀਂ ਸੀ ਹਟਿਆ, ਉਹਦੇ ਵਾਰੀ ਵੇਲਾ ਕਿੱਧਰ ਗਿਆ ਉਹ ਹੋਰ ਬਾਤ ਹੈ। ਇੱਕ ਤਾਂ ਇਹ ਕੌਮ ਨੂੰ ਸ਼ਿਵ ਜੀ ਦਾ ਬਾਰ ਹੈ, ਉਹਦੇ ਵਾਂਗੂ ਹੀ ਇਹਨਾਂ ਦੇ ਕੰਠ 'ਚ ਵਿਸ਼ ਹੈ, ਉਹੀ ਟਿਕਣ ਨਹੀਂ ਦਿੰਦਾ। ਬਾਕੀ ਕੁਛ ਇਹਨਾਂ ਦੀ ਜੜੀ ਐਸੀ ਹੈ, ਬਾਕੀ ਕੁਦਰਤ ਵੀ ਕੁਛ ਬਾਤ ਹੈ। ਇਹ ਕੁਦਰਤ ਕਿਵੇਂ ਹੋਈ ਬੇਬੇ? ਬਾਬਾ
ਕੁਦਰਤ ਇਉਂ ਹੈ ਵੀ ਜਿਵੇਂ ਹੁਣ ਇਹਨਾਂ ਦੀਆਂ 4 ਪੀੜ੍ਹੀਆਂ ਤੋਂ ਇੱਕ ਤਾਂ ਇਹ ਸੀ ਕੱਲੇ ਪਹਿਲਾਂ ਸਰੂਪੇ ਦਾ ਬਾਬਾ ਕੱਲਾ ਸੀ, ਫਿਰ ਸਰੂਪੇ ਦਾ ਪਿਓ ਸੰਤ ਰਾਮ ਵੀ ਪਿਓ ਦਾ ਕੱਲਾ ਪੁੱਤ ਸੀ, ਸਰੂਪਾ ਵੀ ਕੱਲਾ, ਫਿਰ ਸਰੂਪੇ ਦੇ ਪਰਸਾ ਕੱਲਾ, ਤੇ ਦੂਜੇ ਭਾਈ ਤੇਰਾ ਸਾਹਬ ਭਲਾ ਕਰੇ। ਇਹ ਤਾਂ ਹੁਣ ਕੁਦਰਤ ਦਾ ਗੇੜ। ਬਾਬਾ ਦੂਜੇ ਪਾਸੇ ਫਿਰ ਕੇ ਚੱਲਿਆ। ਹੁਣ ਪਰਸੇ ਦੇ ਤਾਂ 3 ਹੈ। ਐਂ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸੰਸਾਰ 'ਚ ਸਭ ਕੁਝ ਹੀ ਬਦਲਦਾ, ਕਿਤੇ ਨਾ ਕਿਤੇ ਜਾ ਕੇ ਤਾਂ ਕੁਦਰਤ ਵੀ ਆਪਦਾ ਰੰਗ ਬਦਲਦੀ ਹੈ। ਪਾਲੇ ਮਗਰੋਂ ਗਰਮੀ, ਗਰਮੀ ਮਗਰੋਂ ਬਰਸਾਤ, ਫਿਰ ਭਾਈ ਪਾਲੇ ਮਗਰੋਂ ਬਸੰਤ ਰੁੱਤ ਵੀ ਆਉਂਦੀ ਹੈ। ਪਰ ਰੁੱਤਾਂ ਦਾ ਗੇੜ ਉਵੇਂ ਬਣਿਆ ਰਹਿੰਦਾ। ਸੂਰਜ ਚੰਦ ਉਵੇਂ ਚੜ੍ਹਦੇ ਛਿਪਦੇ ਆ। ਇਹੀ ਕੁਦਰਤ ਆ। ਤੇਰੇ ਗਿਆਨ ਦੀ ਵੀ ਲੀਲਾ ਨਿਆਰੀ ਆ ਬਾਬਾ। ਆਪੇ ਆਖੀ ਜਾਣਾ ਸਭ ਕੁਝ ਬਦਲਦਾ, ਆਪੇ ਕਹੀ ਜਾਣਾ ਗੇੜ ਚੱਕਰ ਉਹੀ ਰਹਿੰਦਾ। ਜਰਨੈਲ ਫੇਰ ਬੋਲਿਆ, ਇਹ ਬਾਤ ਤੁਸੀਂ ਨਹੀਂ ਸਮਝ ਸਕਦੇ। ਹੁਣ ਜਿਵੇਂ ਕੁਦਰਤ ਨੇ ਪਰਸੇ ਦਾ ਇਹ ਸੁਭਾਅ ਤਾਂ ਬਦਲਤਾ ਬਈ ਸੂਏ ਵਾਲੀ ਵਾਰਦਾਤ ਮਗਰੋਂ ਉਹ ਕਿਸੇ ਨਾਲ ਡਾਂਗੋ ਸੋਟੀ ਨਹੀਂ ਹੋਇਆ, ਪਰ ਆਪਦਾ ਫਕਾਰਾ ਤਾਂ ਨਹੀਂ ਉਹਨੇ ਛੱਡਿਆ, ਨਾ ਬਿਸ਼ਤੇ ਆ ਗਿਆ। ਜੇ ਕੋਈ ਮੱਲੋ ਮੱਲੀ ਉੱਤੇ ਪੈਰ ਧਰੇ ਫਿਰ ਅਜੇ ਕਿਹੜਾ ਹਟੂਗਾ ਉਹ ਡੰਗ ਮਾਰਨੋਂ, ਕਦੰਤ ਨਹੀਂ ਹਟਦਾ। ਇਸੇ ਕਰਕੇ ਲੋਕ ਡਰਦੇ ਛੇੜਦੇ ਨਹੀਂ। ਫਿਰ ਆਪੇ ਬਦਲਿਆ ਗਿਆ ਸੁਭਾਅ। ਆ ਗਈ ਸਮਝ ਕੇ ਨਹੀਂ? ਤੇਰਾ ਸਾਹਬ ਭਲਾ ਕਰੇ ਇਹ ਗੱਲ। ਬਾਬਾ ਇਹਨਾਂ ਦਾ ਹੋਰ ਵੀ ਕੋਈ ਵਸੇਕ ਹੈ ਐਸਾ ਜਿਹੜਾ ਹੈ ਸਰੂਪੇ ਦੀਆਂ 3 ਪੀੜ੍ਹੀਆਂ ਦਾ ਤਾਂ ਮੈਨੂੰ ਪਤਾ। ਇਹਨਾਂ ਦੇ ਘਰੇ ਆ ਕੇ 10-15 ਸਾਲ ਤੋਂ ਵੱਧ ਤੀਵੀਂ ਨਹੀਂ ਰਹਿੰਦੀ। ਪਹਿਲਾਂ ਸਰੂਪੇ ਦੇ ਬਾਬੇ ਨੇ ਆਪ ਪਕਾ ਕੇ ਸਰੂਪੇ ਦੇ ਪਿਓ ਨੂੰ ਪਾਲਿਆ। ਫਿਰ ਜਦੋਂ ਸਰੂਪਾ 8-10 ਵਰ੍ਹਿਆਂ ਦਾ ਸੀ ਉਦੋਂ ਮਾਂ ਮਰ ਗਈ। ਮਗਰ ਜਦ ਸਰੂਪੇ ਦੇ ਪਰਸਾ ਹੋਇਆ ਤੇ ਇਹਨੂੰ ਵੀ ਇਹਦੀ ਮਾਂ 12 ਕੁ ਵਰ੍ਹਿਆਂ ਦਾ ਛੱਡ ਕੇ ਪੂਰੀ ਹੋ ਗਈ। ਤੇ ਹੁਣ ਗਾਹਾਂ ਉਹ ਐਸਾ ਕੜਮਾ ਬੋਲਣਾ ਕੱਢੀਏ ਮੂੰਹੋਂ। ਓਏ ਦਾਦੀ ਦੀਆਂ ਖਸਮਾਂ, ਮੋਲੇ ਨੇ ਜਰਨੈਲ ਦੀ ਗੱਲ ਵਿੱਚੋਂ ਹੀ ਟੋਕਤੀ। ਉਸ ਮਗਰੋਂ ਜਿਵੇਂ ਇੱਕ ਸੰਘਣੀ ਚੁੱਪ ਬੋਲੇ ਬੱਦਲ ਵਾਂਗ ਸੱਥ ਉੱਤੇ ਛਾ ਗਈ। ਬਾਬਾ ਮੋੜਾ ਉੱਠ ਕੇ ਜਦੋਂ ਪਰਸੇ ਕੇ ਘਰ ਵੱਲ ਤੁਰਿਆ ਤਾਂ ਉਹਦੇ ਖੂੰਡੇ ਦੀ ਧਮਕਾਰ ਵੀ ਬਦਲੀ ਹੋਈ ਸੀ। ਅੰਗ 5ਵਾਂ। ਅੱਧੀ ਰਾਤ ਤਾਈਂ ਬਾਹਰ ਅੰਦਰ ਤੁਰਿਆ ਫਿਰਦਾ ਪਰਸਾ ਕਦੇ ਸ਼ਬਦ ਗੁਣਗੁਣਾਉਣ ਲੱਗ ਪੈਂਦਾ, ਕਦੇ ਆਪਣਾ ਜੋੜਿਆ ਜਾਂ ਕਿਧਰੋਂ ਪੜ੍ਹਿਆ ਸੁਣਿਆ ਕੋਈ ਛੰਦ ਗਾਉਣ ਲੱਗ ਪੈਂਦਾ। ਪਰ ਬਹੁਤੀ ਵਾਰੀ ਇਹੋ ਇੱਕ ਬੰਦ ਦੁਹਰਾਈ ਜਾ ਰਿਹਾ ਸੀ, ਚੱਲਣੀ ਜਿੰਦੇ ਉੱਥੇ ਚੱਲੀਏ ਜਿੱਥੇ ਰਹਿੰਦੇ ਅੰਨੇ, ਨਾ ਕੋਈ ਸਾਡੀ ਜਾਤ ਪਛਾਣੇ ਨਾ ਕੋਈ ਸਾਨੂੰ ਮੰਨੇ। ਤੇ ਇਹਦੇ ਨਾਲ ਹੀ ਕੁਝ ਤੁਕਾਂ ਆਪਣੇ ਕੋਲੋਂ ਜੋੜ ਲੈਂਦਾ। ਇਹ ਵੀ ਕਿਹਾ ਦੇਸ ਨਹੀਂ ਜਿੰਦੇ ਜਿੱਥੇ ਵਸਦੇ ਅੰਨੇ, ਕੂੜ ਅਮਾਵਸ ਸੱਚ ਚੰਦਰਮਾ ਵਹਿਣ ਢਾਉਣ ਪਏ ਬੰਨੇ, ਇਦੋਂ ਯਾਰ ਦਾ 70 ਚੰਗਾ ਜੇ ਗੱਲ ਮੇਰੀ ਮੰਨੇ। ਪਰ ਐਤਕੀ ਜਦੋਂ ਅੰਦਰ ਆਇਆ ਤਾਂ 2 ਵੱਡੇ ਮੁੰਡੇ ਗੋਡਿਆਂ 'ਚ ਸਿਰ ਦੇਈ ਉਂਗੀ ਜਾਂਦੇ ਸੀ ਤੇ ਛੋਟਾ ਕੂੰਗੜ ਕੇ ਭੁੰਜੇ ਹੀ ਸੌਂ ਗਿਆ ਸੀ। ਬੀਰੋ ਸਿੱਧਣ ਸਿੱਧੀ ਛੱਤ ਵੱਲ ਝਾਕੀ ਜਾਂਦੀ ਸੀ, ਅੱਖਾਂ ਤਾੜੇ ਲੱਗੀਆਂ ਸੀ। ਉਹਦੇ ਕੋਲ ਬਹਿ ਕੇ ਬਾਂਹ ਟੋਹੀ, ਠੰਡੀ ਸੀਤ ਸੀ। ਜੇਠੇ ਤੇ ਪੋਲੇ ਨੂੰ ਹਲੂਣ ਕੇ ਕਿਹਾ, ਚਲੋ ਮੇਰੇ ਸ਼ੇਰੋ, ਜਾ ਕੇ ਦੂਜੇ ਕੋਠੇ 'ਚ ਸੌਂ ਜਾਓ, ਨਾਲੇ ਛੋਟੇ ਵੀਰ ਨੂੰ ਵੀ ਚੱਕ ਕੇ ਲੈ ਜਾਓ। ਸ਼ਾਬਾਸ਼ ਜਵਾਨਾ, ਚਲੋ। ਮੁੰਡੇ ਅੱਖਾਂ ਮਲਦੇ ਛੋਟੇ ਨੂੰ ਗੋਦੀ ਚੁੱਕ ਕੇ ਲੈ ਗਏ। ਮੰਜੇ ਦੀ ਬਾਹੀ ਤੇ ਬੈਠ ਕੇ ਪਹਿਲਾਂ ਨਬਜ਼ ਮੋਰਚੇ ਕੋਲੋਂ ਟੋਈ, ਫਿਰ ਕੂਹਣੀ ਕੋਲੋਂ। ਵੀਰੋ, ਰਤਾ ਝੁੱਕ ਕੇ ਧੀਮੀ ਆਵਾਜ਼ 'ਚ ਬੋਲਿਆ, ਮੇਰਾ ਬੋਲ ਸੁਣਦਾ? ਪਰ ਵੀਰੋ ਦੀ ਫੱਟਾ ਬਣੀ ਦੇਹ ਵਿੱਚ ਕੋਈ ਹਰਕਤ ਨਹੀਂ ਆਈ, ਅੱਖਾਂ ਵੀ ਨਹੀਂ ਫਰਕੀਆਂ। ਫਿਰ ਉਹਨੇ ਇੱਕ ਲੰਮਾ ਸਾਹ ਲਿਆ। ਉਸੇ ਵੇਲੇ ਸੰਗ 'ਚੋਂ ਉੱਪਰੀ ਆਵਾਜ਼ ਨਿਕਲਦੀ ਸੁਣੀ। ਉੱਠ ਕੇ ਪਹਿਲਾਂ ਹੌਲੀ ਜੀ ਉਹਦੀਆਂ ਲੱਤਾਂ ਸਿੱਧੀਆਂ ਕੀਤੀਆਂ, ਫਿਰ ਬਾਹਾਂ। ਜਦੋਂ ਆਖਰੀ ਸਾਹ ਆਇਆ ਤਾਂ ਉਂਗਲਾਂ ਨਾਲ ਉਹਦੀਆਂ ਅੱਖਾਂ ਦੇ ਛੱਪਰ ਮੇਲਤੇ। ਇੱਕ ਵਾਰ ਬਿਜਲੀ ਦੇ ਲਿਸ਼ਕਾਰੇ ਵਾਂਗ ਗੰਗਾ ਜਲ ਮੂੰਹ 'ਚ ਪਾਉਣ ਤੇ ਭੁੰਜੇ ਲਾਉਣ ਦਾ ਖਿਆਲ ਆਇਆ, ਪਰ ਉਵੇਂ ਕੋਲ ਖੜੋਤਾ ਰਿਹਾ। ਵੀਰੋ ਦੇ ਬੇਪਛਾਣ ਹੋਏ ਚਿਹਰੇ ਵੱਲ ਵੇਂਦੇ ਨੂੰ ਤਿੱਖਾ ਨੱਕ ਅੱਗੋਂ ਮੁੜ ਗਿਆ ਲੱਗਿਆ। ਸਿਉਣੇ ਵਾਂਗੂ ਦਗਣ ਵਾਲਾ ਮੱਥਾ ਕਾਲਾ ਪੈ ਚੁੱਕਿਆ ਸੀ। ਸੁਤੇ ਸੁਭਾਅ ਨੇ ਕੇ ਖੇਸ ਨਾਲ ਚਿਹਰਾ ਢੱਕਤਾ। ਪੈਰ ਦੇ ਤੜਕੇ ਵੈਦ ਨੰਦ ਰਾਮ ਨੇ ਕੁੰਡਾ ਖੜਕਾਇਆ। ਕਿਉਂ ਭਾਈ, ਹੁਣ ਕਿਵੇਂ ਆ ਬਹੂ ਰਾਣੀ? ਉਹਨੂੰ ਤਾਂ ਤਾਇਆ ਪੈਰ ਭਰ ਹੋ ਗਿਆ, ਪੂਰੀ ਹੋ ਗਈ। ਨੰਦ ਰਾਮ ਨੂੰ ਤਾਰਿਆਂ ਦੀ ਛਾਵੇਂ ਪਰਸੇ ਦੇ ਮੁਹਾਂਦਰੇ ਦੀ ਜਿਵੇਂ ਪਛਾਣ ਨਾ ਆਈ। ਕੁਝ ਚਿਰ ਚੁੱਪਚਾਪ ਉਸ ਵੱਲ ਝਾਕਦਾ ਰਿਹਾ, ਫਿਰ ਆਪਣੀ ਸਾਦਾ ਰੰਗੀ ਪੱਗ ਉੱਤੇ ਹੱਥ ਫੇਰਦਿਆਂ ਹੇ ਰਾਮ ਕਹਿ ਕੇ ਬੋਲਿਆ, ਤੈਨੂੰ ਕੱਲ ਦੱਸਤਾ ਦਿੱਤਾ ਸੀ ਵੀ ਜੇ 8 ਪੈਰ ਕਟਾ ਗਈ ਤਾਂ ਕੋਈ ਆਸ ਹੈ, ਪਰ ਭਾਣਾ ਕੌਣ ਟਾਲੇ। ਅੱਛਾ, ਜੋ ਉਹਦੀ ਇੱਛਾ, ਮੈਂ ਬੁੜੀਆਂ ਨੂੰ ਭੇਜਦਾ ਜਾ ਕੇ। ਵੈਦੋ ਨਹੀਂ ਪੈਰੀ ਮੁੜ ਗਿਆ। ਪਸ਼ੂਆਂ ਨੂੰ ਪੱਠੇ ਪਾਉਣ ਲੱਗਿਆ ਤਾਂ ਬੋਬੀ ਸਰਦੀ ਆ ਗਈ। ਅੰਦਰ ਆਉਂਦੀ ਨਹੀਂ, ਪੱਟਾਂ ਤੇ ਦੁਹੱਥੜ ਮਾਰਦਿਆਂ ਦੱਬਵੀਂ ਕੂਕ ਮਾਰੀ, ਨਾ ਅਗਲਾ ਨਾ ਪਿਛਲਾ ਪਾਰ ਕੁੜੇ, ਇਹ ਕਿਹੜਾ ਵੇਲਾ ਭਾਲਿਆ ਨਹੀਂ ਤੁਰਨ ਦਾ ਰਾਣੀਏ ਧੀਏ। ਤਾਈ, ਪਰਸੇ ਨੇ ਖਰਵੀ ਉੱਚੀ ਆਵਾਜ਼ 'ਚ ਉਹਨੂੰ ਜਿਵੇਂ ਝਿੜਕਦਿਆਂ ਗਿਆ, ਬਸ ਰਹਿਣ ਦੇ, ਇਹੋ ਜਿਹਾ ਰੋਣਾ ਧੋਣਾ ਮੈਂ ਨਹੀਂ ਕਰਨ ਦੇਣਾ, ਆਈ ਸਮਝ। ਬੋਬੀ ਉੱਥੇ ਹੀ ਸਾਹ ਘੁੱਟ ਕੇ ਚੁੱਪ ਚੁਪੀਤੀ ਅੰਦਰ ਲੰਘ ਗਈ। ਕਿੱਲੇ ਨਾਲ ਟੰਗੀ ਲਾਲਟੈਨ ਦੇ ਚਾਨਣ 'ਚ ਵੀਰੋ ਦੀ ਦੇਹ ਮੰਜੇ ਤੇ ਪਈ ਦੇਖ ਕੇ ਉਹਦਾ ਜਿਵੇਂ ਤਰਾਹ ਨਿਕਲ ਗਿਆ। ਵੇ ਪਰਸਿਆ ਪੁੱਤ, ਆ ਕੀ ਕੀਤਾ ਤੂੰ? ਐਡਾ ਨਰਥ,
ਇਹਨੂੰ ਤਾਂ ਭੁੰਜੇ ਵੀ ਨਹੀਂ ਲਾਇਆ, ਇਹਦੀ ਗਤੀ ਕਿਵੇਂ ਹੋਊਗੀ ਕਰਮਾ ਮਾਰੀ ਦੀ। ਤਾਈ ਹੁਣ ਤੂੰ ਜਾਂਦੀ ਰਹਿ ਜਾਂ ਚੁੱਪ ਕਰਕੇ ਬਹਿ ਜਾ, ਹੋਰ ਕੁਛ ਨਾ ਬੋਲੀ। ਬਾਹਰ ਆਉਂਦਿਆਂ ਬੋਬੀ ਦੀ ਸਾਰੀ ਦੇਹ ਕੰਬ ਰਹੀ ਸੀ। ਫਿਰ ਉਹਦੇ ਮੂੰਹੋਂ ਇਹੋ ਸ਼ਬਦ ਸੁਣੇ, ਐਡਾ ਅਨਰਥ, ਐਡਾ ਪਾਪ। ਦੁਪਹਿਰੇ ਜਦੋਂ ਅਰਥੀ ਧਰਮਸ਼ਾਲਾ ਮੂਹਰਿਓਂ ਲੰਘ ਰਹੀ ਸੀ ਤਾਂ ਭਾਈ ਜੀ ਚਿਮਟਾ ਫੜ ਕੇ ਮੂਹਰੇ ਲੱਗ ਤੁਰਿਆ। ਪਾਲਾ ਰਾਗੀ ਤੇ ਉਹਦਾ ਚੇਲਾ ਗੁਰਦੇਵ ਘੱਗਾ ਵਾਜਾ ਤੇ ਢੋਲਕੀ ਗਲ 'ਚ ਪਾ ਕੇ ਤੁਰ ਪਏ। ਪਾਲੇ ਰਾਗੀ ਨੇ ਆਪਣੀ ਟਿਕਵੀਂ ਪਰ ਕੁਝ ਭਾਰੀ ਹੋ ਗਈ ਆਵਾਜ਼ ਸਾਧਦਿਆਂ ਸ਼ਬਦ ਦੀ ਧਾਰਨਾ ਲਾਈ, ਮੌਤ ਦਾ ਬੰਨਾ ਦਿਸੇ ਜਿਉਂ ਦਰਿਆਵੇ ਢਾਹ, ਮੌਤ ਦਾ ਬੰਨਾ ਦਿਸੇ। ਸਾਧਾਂ ਦਾ ਮੁੰਡਾ ਪਰਮਾ ਮੋਢਾ ਦੇਣ ਲਈ ਗਾਂ ਆਇਆ ਤਾਂ ਪਰਸਾ ਉਹਨੂੰ ਸਿੜੀ ਦਾ ਸਿਰਾ ਫੜਾ ਕੇ ਪਾਲੇ ਨਾਲ ਜਾ ਰਲਿਆ ਤੇ ਉਹਨਾਂ ਨਾਲ ਹੇਕ ਮਿਲਾ ਕੇ ਭਰਮੀ ਆਵਾਜ਼ 'ਚ ਗਾਉਣ ਲੱਗ ਪਿਆ, ਮੌਤ ਦਾ ਬੰਨਾ ਦਿਸੇ ਜਿਮੀ ਪੁੱਛੇ ਅਸਮਾਨ ਫਰੀਦਾ ਖੇਵਟ ਕਿੰਨ ਗਏ, ਜਾਲਣ ਗੋਰਾ ਨਾਲ ਉਲਾਮੇ ਜੀ ਸਹੇ, ਮੌਤ ਦਾ ਬੰਨਾ ਦਿਸੇ। ਪਰਸੇ ਕੇ ਸ਼ਰੀਕੇ ਦੇ 4-5 ਬਜ਼ੁਰਗ ਜਿਹੜੇ ਮਗਰ ਮਗਰ ਤੁਰੇ ਆਉਂਦੇ ਰਾਮ ਨਾਮ ਸੱਤ ਹੈ ਬੁਲਵਾਉਂਦੇ ਆਉਂਦੇ ਸੀ, ਅਚਾਨਕ ਚੁੱਪ ਕਰ ਗਏ। ਸ਼ਰਦਾਨੰਦ ਦੇ ਪਿਓ ਰਾਮ ਸਰੂਪ ਦੇ ਮੱਥੇ ਉੱਤੇ ਤਿਉੜੀਆਂ ਪੈ ਗਈਆਂ। ਉਹ ਬੈਠਵੀਂ ਪੱਗ ਨੂੰ ਪੋਚਦਾ ਨੀਵੀਂ ਪਾ ਕੇ ਤੁਰਨ ਲੱਗ ਪਿਆ। ਬੈਂਤ ਦੀ ਖੂੰਡੀ ਉਹਦੇ ਮਾੜਕੂ ਸਰੀਰ ਦੇ ਭਾਰ ਨਾਲ ਹੀ ਲਿਫਣ ਲੱਗ ਪਈ। ਛੱਪੜ ਦੇ ਕੋਲ ਆ ਕੇ ਪਰਸੇ ਕੇ ਕੁਲ ਪ੍ਰੋਤ ਕਾਸ਼ੀ ਰਾਮ ਨੇ ਨੇੜੇ ਹੋ ਕੇ ਕੁਝ ਝੱਕਦਿਆਂ ਕਿਹਾ, ਠਹਿਰ ਜੋ ਭਾਈ, ਇੱਥੇ ਘੜੀ ਭੰਨਣੀ ਹੈ। ਕਾਂਸ਼ੀ ਰਾਮ ਨੂੰ ਪਰਸੇ ਦਾ ਸੁਭਾਅ ਤਾਂ ਪਤਾ ਸੀ, ਪਰ ਇਹ ਖਿਆਲ ਉਹਨੂੰ ਨਹੀਂ ਸੀ ਆਇਆ ਵੀ ਅਜਿਹੀ ਕਹਿਰ ਦੀ ਮੌਤ ਸਮੇਂ ਵੀ ਇਉਂ ਕਰੇਗਾ। ਘੂਰ ਕੇ ਉਸ ਵੱਲ ਝਾਕਦਿਆਂ ਪਰਸਾ ਬੋਲਿਆ, ਉਹਦਾ ਸਭ ਕੁਝ ਮੇਰੇ ਕੋਲੇ ਹੈ ਪੰਡਤ ਜੀ ਮਹਾਰਾਜ, ਅਜੇ ਉਹਦਾ ਕੁਝ ਨਹੀਂ ਮੁੱਕਿਆ, ਇਸੇ ਕਰਕੇ ਇਸ ਰਸਮ ਦੀ ਕੋਈ ਲੋੜ ਨਹੀਂ। ਕਾਸ਼ੀ ਰਾਮ ਦੀ ਖੂੰਡੀ ਤੇ ਸੱਜੀ ਬਾਂਹ ਕੰਬਣ ਲੱਗ ਪਈ। ਹੋਰ ਵੀ ਕਿਸੇ ਨੇ ਕੋਈ ਮੋੜ ਨਾ ਕੀਤਾ। ਦਾਹ ਸੰਸਕਾਰ ਕਰਕੇ ਖੂਹ ਤੇ ਹੱਥ ਪੈਰ ਧੋ ਕੇ ਘੁਸਰ ਮੁਸਰ ਕਰਦੇ ਲੋਕ ਗਲੀ 'ਚ ਉਹਦੇ ਬਾਰ ਮੂਹਰੇ ਪੈਰਾਂ ਭਾਰ ਆ ਬੈਠੇ। ਪਰ ਪਰਸਾ ਅਜੇ ਧਰਮਸ਼ਾਲਾ ਮੂਹਰੇ ਖੜੋਤਾ ਪਾਲੇ ਰਾਗੀ ਨਾਲ ਕੋਈ ਸਲਾਹ ਕਰੀ ਜਾਂਦਾ ਸੀ। ਪਾਲੇ ਨੇ ਉਹਨੂੰ ਕਾਹਲ ਨਾਲ ਘਰ ਵੱਲ ਤੋਰਦਿਆਂ ਕਿਹਾ, ਤੂੰ ਪਹਿਲਾਂ ਜਾ ਕੇ ਲੋਕਾਂ ਨੂੰ ਘਰੋਂ ਘਰੀ ਤੋਰ, ਧੰਨਵਾਦ ਕਰਕੇ। ਪਰਸੇ ਨੂੰ ਵੀ ਇਸ ਰਸਮ ਦਾ ਖਿਆਲ ਆ ਗਿਆ ਤਾਂ ਬੂਹੇ ਅੱਗੇ ਆ ਕੇ ਸਭ ਦੇ ਸਾਹਮਣੇ ਹੱਥ ਜੋੜਦਿਆਂ ਕਿਹਾ, ਭਰਾਓ ਤੁਹਾਡੀ ਬਹੁਤ ਮਿਹਰਬਾਨੀ, ਤੁਸੀਂ ਖੇਚਲ ਕੀਤੀ, ਧੰਨਵਾਦ। ਪਰ ਇਦੋਂ ਅੱਗੇ ਕੋਈ ਹੋਰ ਸ਼ਬਦ ਉਹ ਤੋਂ ਨਹੀਂ ਬੋਲਿਆ ਗਿਆ। ਚੁੱਪ ਕਰਕੇ ਅੰਦਰ ਚਲਾ ਗਿਆ। ਉਹਦੀ ਇਹ ਗੱਲ ਵੀ ਕਈਆਂ ਨੂੰ ਚੰਗੀ ਨਾ ਲੱਗੀ। ਸ਼ਾਇਦ ਇਸੇ ਲਈ ਲੋਕ ਹੌਕਿਆਂ ਵਾਂਗ ਕੁਝ ਉੱਚੀ ਰਾਮ ਤੋਂ ਹੀ ਤੇ ਹੇ ਰਾਮ ਕਹਿੰਦੇ ਉੱਠ ਕੇ ਤੁਰਦੇ ਗਏ ਤੇ ਗਲੀ ਸੁੰਨੀ ਹੋ ਗਈ। ਵਿਹੜੇ 'ਚ ਵਿਛਾਏ ਦੌੜਿਆਂ ਪੱਟੀਆਂ ਉੱਤੇ ਪਰਸੇ ਦੇ ਸਹੁਰਿਆਂ ਤੋਂ ਆਏ ਬੰਦੇ ਬੈਠੇ ਸੀ। ਪਾਲਾ ਵੀ ਆ ਕੇ ਕੋਲ ਬਹਿ ਗਿਆ। ਬੀਰੋ ਦਾ ਭਰਾ ਹਰਦੇਵ ਪੱਗ ਦੇ ਲੜ ਨਾਲ ਅੱਖਾਂ ਪੂੰਝਦਾ ਹੌਕੇ ਭਰਨ ਲੱਗ ਪਿਆ। ਪਾਲੇ ਨੇ ਉਹਦੀ ਬਾਂਹ ਫੜ ਕੇ ਕਿਹਾ, ਬਸ ਭਾਈ ਬਸ, ਭਗਵਾਨ ਦੇ ਭਾਣੇ ਅੱਗੇ ਕਿਸੇ ਦਾ ਕਾਹਦਾ ਜ਼ੋਰ ਹੈ, ਇਹ ਤਾਂ ਮਿੱਠਾ ਕਰਕੇ ਮੰਨਣਾ ਪਊ ਭਾਈ। ਪਾਲੇ ਨੇ ਸੱਜੇ ਪਾਸੇ ਮੂੰਹ ਪੁਆਇਆ ਤਾਂ ਪਰਸੇ ਦੀਆਂ ਅੱਖਾਂ ਦਾ ਤਾ ਦੇਖ ਕੇ ਨੀਵੀਂ ਪਾ ਗਿਆ। ਉਹਨੂੰ ਇਸ਼ਾਰੇ ਨਾਲ ਚੁੱਪ ਰਹਿਣ ਲਈ ਵੀ ਕਿਹਾ, ਪਰ ਅਜਿਹੇ ਵੇਲੇ ਕਹਿਣ ਕਹਾਉਣ ਦਾ ਕੋਈ ਫਾਇਦਾ ਨਹੀਂ ਸੀ ਹੁੰਦਾ। ਪਾਲਾ ਇਹ ਗੱਲ ਜਾਣਦਾ ਸੀ। ਹੇਖਾਂ ਵੱਡੇ ਹੇਜਲੇ 6 ਮਹੀਨੇ ਉਹ ਮੰਜੇ ਤੇ ਹੱਡ ਰਗੜਦੀ ਰਹੀ। ਉਦੋਂ ਤਾਂ ਕਦੇ ਆ ਕੇ ਉਹਦੇ ਮੂੰਹ 'ਚ ਪਾਣੀ ਦੀ ਘੁੱਟ ਨਾ ਪਾਈ ਕਿਸੇ ਨੇ। ਹੁਣ ਆ ਬੈਠੇ ਆ ਸੁੱਕਾ ਹੇਜ ਦਿਖਾਉਣ। ਕਿਸੇ ਨੇ ਸਾਹ ਨਹੀਂ ਕੱਢਿਆ। ਬਾਕੀਆਂ ਨੂੰ ਨਾ ਸਹੀ, ਪਾਲੇ ਨੂੰ ਜ਼ਰੂਰ ਪਤਾ ਸੀ ਵੀ ਪਰਸੇ ਨੇ ਆਪਣੀਆਂ ਬੜੀਆਂ ਆਪ ਨਿਬੇੜੀਆਂ। ਉਹਦੇ ਸਹੁਰਿਆਂ ਤੋਂ ਬੀਰੋ ਦੀ ਬਿਮਾਰੀ ਵੇਲੇ ਕੋਈ ਵੀ ਮਦਦ ਕਰਨ ਲਈ ਨਹੀਂ ਆਇਆ। 7 ਬਗਾਨਿਆਂ ਵਾਂਗ ਤੜਕੇ ਆ ਕੇ ਹੱਥ ਨੇ ਮੁੜਨ ਵੇਲੇ ਇਹੋ ਬਹਾਨਾ ਲਾ ਕੇ ਤੁਰ ਜਾਂਦੇ ਵੀ ਪਿੱਛੇ ਕੰਮ ਨਹੀਂ ਸਰਦਾ। ਸਭ ਗਾਉਂ ਦੇ ਯਾਰ ਸੀ। ਪਰਸੇ ਨੇ ਵੀ ਨਾ ਕਦੇ ਉਲਾਂਭਾ ਦਿੱਤਾ, ਨਾ ਕੋਈ ਆਸ ਰੱਖੀ। ਇਸੇ ਕਰਕੇ ਹੁਣ ਹਰਦੇਵ ਦਾ ਹੀ ਖੇਖਣ ਉਹ ਤੋਂ ਬਰਦਾਸ਼ਤ ਨਹੀਂ ਸੀ ਹੋਇਆ। ਦੁਪਹਿਰ ਵੇਲੇ ਪੰਡਤ ਬੇਲੀ ਰਾਮ ਤੇ ਕਾਸ਼ੀ ਰਾਮ ਬਾਹਰੋਂ ਆਏ ਬੰਦਿਆਂ ਦੇ ਰੋਟੀ ਟੁੱਕ ਦੇ ਪ੍ਰਬੰਧ ਬਾਰੇ ਗੱਲਾਂ ਕਰਨ ਆਏ ਤਾਂ ਪਰਸੇ ਨੇ ਫਿਰ ਜੱਗੋਂ ਬਾਰੀ ਸੁਣਾਤੀ, ਰੋਟੀ ਸਾਡੇ ਚੁੱਲ੍ਹੇ ਤੇ ਹੀ ਪੱਕੂਗੀ ਬੇਲੀ ਰਾਮਾ, ਖੁਸ਼ੀ ਨੂੰ ਕੋਈ ਖੇਚਲ ਕਰਿਓ। ਅਜੇ ਵੇਲੇ ਉਹਦੇ ਨਾਲ ਝਗੜਦਾ ਕੋਈ ਚੰਗਾ ਵੀ ਨਹੀਂ ਸੀ ਲੱਗਦਾ। ਉਹ ਚੁੱਪਚਾਪ ਮੁੜ ਗਏ। ਪਰਸੇ ਨੇ ਸੰਤੂ ਨਾਈ ਦੇ ਨਾਲ ਉਹਦੇ ਘਰ ਵਾਲੀ ਭਾਗਣ ਵੀ ਸੱਦ ਲਈ। ਰੋਟੀ ਟੁੱਕ ਬਣਵਾਇਆ, ਜਿਹਦੀ ਮਰਜ਼ੀ ਖਾਵੇ ਜਿਹਦੀ ਮਰਜ਼ੀ ਨਾ ਖਾਵੇ, ਪਰ ਤਿੰਨਾਂ ਮੁੰਡਿਆਂ ਨੂੰ ਉਹਨੇ ਆਪਣੇ ਨਾਲ ਬਿਠਾ ਕੇ ਰੋਟੀ ਖਵਾਤੀ। ਉਹਨਾਂ ਨੂੰ ਉਹ ਦਰੇਵੇਂ ਤੇ ਭੁੱਖ ਨਾਲ ਲੂਸ ਕਰਦੇ ਨਹੀਂ ਸੀ ਦੇਖਣਾ ਚਾਹੁੰਦਾ। ਉਹਦੀਆਂ ਜਿਹੀਆਂ ਗੱਲਾਂ ਦੀ ਪਾਲਾ ਹਮੇਸ਼ਾ ਹਾਮੀ ਭਰਦਾ, ਅੱਜ ਵੀ ਭਰੇ। ਤੁਰ ਗਿਆਂ ਦੇ ਨਾਲ ਜੇ ਤੁਰਿਆ ਜਾਵੇ ਤਾਂ ਇਸ ਸੰਸਾਰ 'ਚ ਦੁੱਖ ਕਸ਼ਟ ਹੀ ਕਾਹਦੇ। ਭੋਗ ਤਾਂ ਮਗਰਲਿਆਂ ਨੂੰ ਭੋਗਣੇ ਪੈਂਦੇ ਆ, ਚਾਹੇ ਰੋ ਕੇ ਭੁਗਤੋ ਚਾਹੇ ਹੱਸ ਕੇ। ਬੰਦਾ ਮਨ ਤਕੜਾ ਰੱਖੇ, ਸਭ ਭੀੜਾਂ ਸੰਘੀੜਾਂ ਕੱਟੀਆਂ ਜਾਂਦੀਆਂ। ਗ੍ਰੰਥਕਾਰਾਂ ਨੇ ਲਿਖਿਆ ਹੈ ਬਈ ਤੁਰ ਗਏ ਨਾਲ ਮੂੰਹ ਤਿਆਗਣਾ ਹੀ ਠੀਕ ਬਾਤ ਹੈ। ਪਰ ਰਾਗੀਆ ਮੋਲੇ ਨੇ ਹੌਲੀ ਜੀ ਕਿਹਾ, ਨਾਲੇ ਲੋਕ ਆਏ ਸਾਲ ਮਰਿਆਂ ਦੇ ਸਰਾਧ ਕਰਾਈ ਜਾਂਦੇ ਆ।
ਆਪਣੇ ਘਰੇ ਵੀ ਕੋਈ ਪ੍ਰਸ਼ਾਦਾ ਛੱਕ ਕੇ ਤੇ 5 ਕਾਪੜੀ ਦੇ ਕੇ ਉਹ ਸਰਾਧਾਂ ਵਾਲਾ ਕੰਮ ਕਰੀ ਜਾਂਦੇ ਆ। ਫਿਰ ਕੀ ਮੰਨੀਏ ਹੈ? ਇਹ ਹੋਰ ਬਾਤ ਆ ਤਾਇਆ। ਸੰਸਾਰ 'ਚ 2 ਕਿਸਮ ਦੇ ਪੁਰਸ਼ ਹੁੰਦੇ ਆ, ਗਿਆਨੀ ਤੇ ਅਗਿਆਨੀ। ਗਿਆਨੀਆਂ ਬਾਰੇ ਤਾਂ ਗੁਰੂ ਸਾਹਿਬ ਨੇ ਆਖਿਆ ਹੈ, ਨਾਨਕ ਸੂਤਕ ਏਵ ਨਾ ਉਤਰੇ, ਗਿਆਨ ਉਤਾਰੇ ਧੋਏ। ਤੇ ਅਗਿਆਨੀਆਂ ਬਾਰੇ ਕਿਹਾ, ਅੰਧੀ ਰਹੀਅਤ ਗਿਆਨ ਵੀ ਹੋਣੀ, ਭਾਏ ਭਰੇ ਮੁਰਦਾਰ। ਭਾਏ ਭਰੇ ਮੁਰਦਾਰ ਕਹੀਏ ਤੂੜੀ ਕੇ ਭਰੇ ਮੂਰੇ ਨੂੰ। ਅਗਿਆਨੀ ਪੁਰਸ਼ ਤਾਂ ਪੂਰੇ ਮੂਰੇ ਸਮਾਨ ਹੁੰਦਾ ਹੈ। ਨਾਲੇ ਐ ਵੀ ਕਹਿਣਾ ਹੁੰਦਾ ਬਈ ਗਿਆਨੀ ਤੇ ਮਸਾਲਚੀ ਦੋਨੇ ਬੇਈਮਾਨ, ਹੋਰਾਂ ਨੂੰ ਚਾਨਣ ਕਰਨ ਆਪ ਅੰਧੇਰੇ ਜਾਣ। ਫਿਰ ਗੱਲ ਤਾਂ ਇਹ ਵੀ ਕੋਈ ਨਾ ਬਣੀ। ਹਾਂ, ਗਿਆਨੀ ਵੀ ਕਈ ਪ੍ਰਕਾਰ ਦੇ ਹੁੰਦੇ ਆ ਤੇ ਅਗਿਆਨੀ ਸਾਰੇ ਇੱਕੋ ਪ੍ਰਕਾਰ ਦੇ ਹੁੰਦੇ ਆ। ਉਹਨਾਂ ਦੀਆਂ ਕੋਈ ਕਿਸਮਾਂ ਨਹੀਂ ਹੁੰਦੀਆਂ। ਮੋਲੇ ਨੂੰ ਆਪਣਾ ਖਰੜ ਗਿਆਨ ਘੋਟ ਕੇ ਪਾਲੇ ਵਰਗੇ ਸਿਆਣੇ ਤੇ ਗਿਆਨਵਾਨ ਪੁਰਸ਼ ਨੂੰ ਉਲਝਾਉਂਦਿਆਂ ਵੇਖ ਕੇ ਪਰਸੇ ਨੇ ਉੱਥੋਂ ਉੱਠਦਿਆਂ ਕਿਹਾ, ਮੋਲਾ ਸਿਓ ਚਾਚਾ ਤੈਨੂੰ ਨਹੀਂ ਬਾਵੇਂ ਅੰਗ ਆਉਣ ਦਿੰਦਾ ਰਾਗੀਆ। ਇਹ ਹੈ ਖਸ਼ਟ ਗਿਆਨੀ ਤੇ ਤੂੰ ਹੈ ਸ਼ਾਸਵਤ ਗਿਆਨੀ। ਤੇਰਾ ਇਹਦਾ ਕੀ ਮੇਲ? ਜਿਹੜੇ ਗ੍ਰੰਥੇ ਬਾਚੀ ਫਿਰਦਾ ਹੈ ਉਹਦੇ ਤਾਂ ਤੂੰ ਕਦੇ ਵੀ ਨਾਂ ਨਹੀਂ ਸੁਣੇ ਹੋਣੇ। ਆਥਣੇ ਪਰਸਾ ਕੱਲਾ ਹੀ ਬਾਹਰ ਨੂੰ ਤੁਰ ਪਿਆ। ਪਿੰਡੋਂ ਬਾਹਰ ਨਿਕਲਦਿਆਂ ਹੀ ਲੱਗਿਆ ਜਿਵੇਂ ਆਲਾ ਦੁਆਲਾ ਬੜਾ ਉਦਾਸ ਤੇ ਰੁੱਖਾ ਸੀ। ਉਹਨੂੰ ਸਭ ਕੁਝ ਓਪਰਾ ਲੱਗਿਆ। ਗੌਰ ਨਾਲ ਹਰ ਪਾਸੇ ਵੇਖਦਾ ਗਿਆ। ਹਾੜ ਅੱਧਾ ਬੀਤ ਚੁੱਕਿਆ ਸੀ। ਜੇਠ ਦੇ ਪਿਛਲੇ ਪੱਖ ਨੇਰੀਆਂ ਚੱਲਣ ਕਰਕੇ ਛੱਪੜ ਵਾਲੇ ਪਾਸੇ ਪਹੇ ਦੇ ਹੇਠੋਂ ਪੱਕੀ ਰੋੜ ਨਿਕਲ ਆਈ ਸੀ। ਰੇਤਾ ਕਿਤੇ ਕਿਤੇ ਲੀਹਾਂ 'ਚ ਹੀ ਰਹਿ ਗਿਆ ਸੀ ਜਾਂ ਫਿਰ ਆਸੇ ਪਾਸੇ ਨਿੱਕੀਆਂ ਨਿੱਕੀਆਂ ਟਿੱਬੀਆਂ ਦੁਆਲੇ ਇਕੱਠਾ ਹੋ ਗਿਆ ਸੀ। ਲੂਆਂ ਨਾਲ ਝੁਲਸੇ ਰੁੱਖਾਂ ਦੇ ਪੱਤੇ ਮੁਰਝਾਏ ਸੀ। ਕਿੱਕਰਾਂ ਦੀ ਲੁੰਗ ਮਿੱਟੀ ਰੰਗੀ ਹੋਈ ਸੀ। ਝਾੜ ਮਲਿਆਂ ਦਾ ਵੀ ਇਹੋ ਹਾਲ ਸੀ। ਸਭ ਉਦਾਸ ਮੁਰਝਾਏ ਹੋਏ ਤੇ ਕੁਮਲਾਏ ਜਟਾਧਾਰੀ ਬਾਵੇ ਧਰਮਦਾਸ ਦੀਆਂ ਬਾਵਰੀਆਂ ਵਰਗੇ ਲੱਗਦੇ ਸੀ। ਗਿੱਠ ਹੋਈ ਕਪਾਹ ਦੇ ਬੂਟੇ ਵੀ ਸਾੜਵੀਂ ਧੁੱਪ ਨਾਲ ਝੁਲਸੇ ਪਏ ਸੀ। ਖੇਤਾਂ ਦੁਆਲੇ ਕੀਤੀਆਂ ਵਾੜਾਂ ਦਾ ਰੰਗ ਵੀ ਧੁਆਂਖਿਆ ਲੱਗਦਾ ਸੀ। ਛੱਪੜ ਕੋਲੋਂ ਲੰਘਦਿਆਂ ਉਹਨੇ ਕੱਲਰੇ ਰਾਹ 'ਚੋਂ ਉੱਭਰੇ ਰੋੜਾਂ ਦੀ ਰੜਕ ਜੁੱਤੀ ਦੇ ਤਲੀਆਂ ਹੇਠ ਮਹਿਸੂਸ ਕੀਤੀ ਤਾਂ ਚਿੱਤ ਨਾਲ ਨਿਢਾਲ ਹੁੰਦਾ ਲੱਗਿਆ। ਸਾਹਮਣੇ ਛਿਪ ਰਿਹਾ ਸੂਰਜ ਆਸੀ ਪਾਸੀ ਚੜੀ ਗਹਿਰ ਕਰਕੇ ਮਿੱਟੀ ਦੇ ਥੱਪਣੇ ਵਰਗਾ ਦਿਸਿਆ। ਉਸੇ ਵੇਲੇ ਬਾਹਰਲੀਆਂ ਚਿੜੀਆਂ ਦਾ ਇੱਕ ਝੁੰਡ ਖੰਭਾਂ ਦੀ ਸ਼ੂਕਰ ਨਾਲ ਉਹਦੇ ਸਿਰ ਉੱਤੋਂ ਦੀ ਲੰਘਿਆ ਤੇ ਆਕਾਸ਼ ਦੀ ਗਹਿਰ 'ਚ ਲੋਪ ਹੁੰਦਾ ਗਿਆ। ਉਦੋਂ ਹੀ ਮੁਸਕਰਾਉਂਦਿਆਂ ਉਹਨੇ ਚੜ੍ਹਦੀ ਉਮਰ 'ਚ ਜੋੜਿਆ ਇੱਕ ਬੰਦ ਗਾਉਣਾ ਸ਼ੁਰੂ ਕਰਤਾ। ਖੇਡ ਖਿਡੰਦੀ ਆ ਨੀ ਜਿੰਦੇ ਖੇਡਣ ਦੇ ਦਿਨ 4, ਹੱਸ ਦੰਦਾਂ ਦੀ ਪ੍ਰੀਤ ਨਿਭਾ ਕੇ ਤੁਰ ਚੱਲ ਅਗਲੇ ਪਾਰ, ਨੀ ਜਿੰਦੇ ਤੁਰ ਚੱਲ ਅਗਲੇ ਪਾਰ। ਇਹ ਬੰਦ ਕਈ ਵਾਰ ਧੀਮੀ ਆਵਾਜ਼ 'ਚ ਦੁਹਰਾਇਆ। ਉਹਨੂੰ ਆਪਣੀ ਜਵਾਨੀ ਦੇ ਉਹ ਦਿਨ ਚੇਤੇ ਆ ਗਏ ਜਦ ਇੱਕ ਵਾਰ ਕਵੀਸ਼ਰ ਬਣਨ ਦਾ ਝੱਲ ਕੁੱਦਿਆ ਸੀ। ਉਦੋਂ ਉਹਨੇ ਗੌਂਸਲਾਂ ਵਾਲੇ ਪੰਡਤ ਗਿਆਨ ਚੰਦ ਦੀ ਸ਼ਾਗਿਰਦੀ ਵੀ ਕੀਤੀ ਸੀ, ਪਿੰਗਲ ਵੀ ਪੜ੍ਹਿਆ ਸੀ। ਪਰ ਥੋੜੇ ਚਿਰ ਪਿੱਛੋਂ ਆਪੇ ਹੀ ਮਹਿਸੂਸ ਹੋਇਆ ਸੀ ਵੀ ਕਵੀਸ਼ਰ ਏਡਾ ਸਿੱਧਾ ਤੇ ਜਟਕਾ ਕੰਮ ਨਹੀਂ ਸੀ ਜਿੰਨਾ ਉਹਨੇ ਸਮਝਿਆ ਸੀ। ਪਾਲੇ ਨੇ ਵੀ ਸਮਝਾਇਆ ਸੀ ਇਹ ਕਲਾ ਆਪਣੇ ਮੰਦਬੁੱਧੀ ਦੇ ਕਾਬੂ ਨਹੀਂ ਆ ਸਕਦੀ ਪਰਸਿਆ। ਇਸੇ ਕਰਕੇ ਉਹਨੇ ਕਵੀਸ਼ਰੀ ਦਾ ਖਹਿੜਾ ਛੱਡਤਾ ਸੀ। ਸਿਵਿਆਂ ਦੇ ਬਰਾਬਰ ਆ ਕੇ ਫੇਰ ਨਿਗਾਹ ਉੱਚੀ ਕੀਤੀ ਤਾਂ ਸਿਵਾ ਜੇ ਮਗੀ ਜਾਂਦਾ ਸੀ। ਬਿੰਦ ਦਾ ਬਿੰਦ ਰਾਹ ਕੋਲ ਖੜੋਤਾ ਉਹਦੇ ਵੱਲ ਵੇਂਦਾ ਰਿਹਾ। ਫਿਰ ਮਲਿਆਂ ਕਰੀਰਾਂ ਵਿੱਚੋਂ ਦੀ ਲੰਘਦੀ ਡੰਡੀ ਪੈ ਕੇ ਨੇੜੇ ਚਲਾ ਗਿਆ। ਬੀਰੋ ਦੇ ਅੰਗ ਨੂੰ ਹੀ ਜਿਵੇਂ ਅਗਨੀਦੇਵ ਨੇ ਆਪਣੇ ਸਰੂਪ 'ਚ ਢਾਲ ਲਿਆ ਸੀ। ਕਵੀਸ਼ਰਾਂ ਤੋਂ ਸੁਣੀ ਤੇ ਕਿੱਸਿਆਂ ਗ੍ਰੰਥਾਂ 'ਚ ਪੜ੍ਹੀ ਅਗਨੀ ਦੀ ਮਹਿਮਾ ਨਾਲ ਹੀ ਸ਼ਿਵ ਮਹਾਰਾਜ ਦੇ ਹੱਥ 'ਚ ਫੜੀ ਅਗਨੀ ਦਾ ਚੇਤਾ ਆਇਆ, ਜਿਹੜੀ ਸਭ ਮਲੀਨ ਫੁਰਨਿਆਂ, ਲਾਲਸਾਵਾਂ ਤੇ ਝੂਠੀਆਂ ਆਕਾਂਖਿਆਵਾਂ ਨੂੰ ਸਾੜਨ ਦਾ ਪ੍ਰਤੀਕ ਦੱਸੀ ਜਾਂਦੀ ਹੈ। ਉਸੇ ਵੇਲੇ ਉਹਦਾ ਸਿਰ ਇੰਜ ਝੁਕ ਗਿਆ ਜਿਵੇਂ ਨਮਸਕਾਰ ਕਰ ਰਿਹਾ ਹੋਵੇ, ਪਰ ਨਮਸਕਾਰ ਅਗਨੀ ਨੂੰ ਕਰ ਰਿਹਾ ਸੀ ਜਾਂ ਬੀਰੋ ਨੂੰ। ਇਸੇ ਸੋਚ ਨੇ ਦੁਬਦਾ 'ਚ ਪਾ ਦਿੱਤਾ। ਸਿਰ ਉੱਚਾ ਕਰਕੇ ਸਿੱਧਾ ਖੜੋ ਗਿਆ, ਡੋਲ ਇਕਾਗਰ ਤੇ ਸਥਿਰ। ਫਿਰ ਅਚਨਚੇਤ ਛਮ ਕਰਦੀ ਭਰ ਜਵਾਨ ਬੀਰੋ ਮੁਸਕਰਾਉਂਦੀ ਜਿਵੇਂ ਸਾਹਮਣੇ ਆ ਖੜੋਤੀ। ਨਿਰੀ ਅੱਗ ਦੀ ਲਾਟ, ਲਾਲ ਹੀ ਕੁੜਤੀ, ਲਾਲ ਸੁੱਭਰ ਸੂਹੀ ਲਾਉਣ ਵਾਲਾ ਘੱਗਰਾ, ਉਹਦੇ ਸਿਉਨੇ ਰੰਗਾ ਚਿਹਰਾ ਵੀ ਅਗਨੀ ਵਾਂਗ ਲੱਗ ਰਿਹਾ ਸੀ। ਵਿਹੜੇ ਪੈਰ ਪਾਉਂਦਿਆਂ ਹੀ ਸਵਾ ਸੇਰ ਤੇਲ ਪਾ ਕੇ ਜਗਾਈ ਮਸ਼ਾਲ ਵਾਂਗ ਚਾਨਣ ਕਰ ਦਿੱਤਾ। ਉਸੇ ਜਿੰਨਾ ਲੰਮਾ ਕੱਦ ਤੇ ਉਹਦੇ ਵਰਗੀ ਲੰਮੀ ਝੰਮੀ ਨਰੋਈ ਦੇ। ਰੱਬ ਨੇ ਜਿਵੇਂ ਵਿਹਲਿਆਂ ਬੈਠ ਕੇ ਘੜੀ ਹੋਵੇ, ਪਰ ਜਿਵੇਂ ਪੰਜੇ ਬੰਨ ਛਣਕਾਉਂਦੀ ਆਈ ਸੀ ਉਵੇਂ ਲੋਪ ਵੀ ਹੋ ਗਈ। ਅੱਖ ਪਲਕਾਰੇ ਵਿੱਚ ਹੀ ਬਿਜਲੀ ਦੇ ਲਿਸ਼ਕਾਰੇ ਵਰਗਾ ਹੀ ਚਮਤਕਾਰ ਵਿਖਾ ਕੇ ਤੁਰ ਗਈ। ਸਿਰ ਨੂੰ ਝਟਕਾ ਜਿਹਾ ਵੱਜਿਆ। ਜਦੋਂ ਮੁੜ ਸਿਵੇ ਵੱਲ ਦੇਖਿਆ ਤਾਂ ਬੀਰੋ ਦੀ ਉਂਗਲ ਦੀ ਇੱਕ ਹੱਡੀ ਵੱਡੇ ਸਾਰੇ ਬੁੱਝ ਰਹੇ ਅੰਗਿਆਰ ਤੋਂ ਕਿਰ ਕੇ ਪਾਸੇ ਡਿੱਗ ਪਈ ਸੀ। ਉਹਨੂੰ ਦੇਖਣ ਸਾਰ ਜਿਵੇਂ ਹੌਕਾ ਨਿਕਲ ਗਿਆ। ਉਸੇ ਵੇਲੇ ਮੂੰਹ ਨਿਕਲਿਆ, ਮਨੀ ਰਾਮਾ, ਅਜੇ ਤਾਂ ਸੇਰ 'ਚੋਂ ਪੂਣੀ ਨਹੀਂ ਛੋਈ, ਤੂੰ ਹੁਣੇ ਕਿਹੜੇ ਵਹਿਣ 'ਚ ਬਹਿ ਤੁਰਿਆ? ਸੰਭਲ ਭਲਿਆ ਲੋਕਾ, ਸੰਭਲ।
ਫਿਰ ਨੇੜੇ ਹੋ ਕੇ ਨਿਉਂਦਿਆਂ ਮਿੱਟੀ ਦੀ ਇੱਕ ਚੁੰਡੀ ਭਰੀ ਤੇ ਮੱਥੇ ਨੂੰ ਲਾ ਕੇ ਉਹਨੀ ਪੈਰੀ ਰਾਹ ਵੱਲ ਮੁੜ ਪਿਆ। ਸਰੀਰ ਹੌਲਾ ਫੁੱਲ ਜਾਪਿਆ, ਜਿਵੇਂ ਵਗਦੇ ਪਾਣੀ 'ਚ ਨਹਾ ਕੇ ਮੁੜਿਆ ਹੋਵੇ। ਅਸਥੀ ਕੱਢ ਕੇ ਪਾਸੇ ਰੱਖ ਆਇਆ ਕਿ ਨਹੀਂ? ਪਿੰਡ ਵੱਲੋਂ ਆਉਂਦੇ ਪਰਸੇ ਦੇ ਸਾਧੂ ਰਾਮ ਤੀਰਥ ਨੇ ਪੁੱਛਿਆ। ਰਤਾ ਹੈਰਾਨੀ ਨਾਲ ਉਸ ਵੱਲ ਵੇਂਦਿਆਂ ਕਿ ਕਈ ਅਸਥੀ ਜਿਹੜੀ ਕੱਢ ਕੇ ਪਾਸੇ ਦੱਬੀ ਦੀ ਹੁੰਦੀ ਆ, ਹੋਰ ਕਈ? ਉਹ ਐਡੀ ਲਾਈ ਲੱਗ ਨਹੀਂ ਤੀਰਥ ਰਾਮਾ, ਜਿਹੜੀ ਤੇਰੇ ਵਰਗੇ ਕਿਸੇ ਫਾਲਤੂ ਬੰਦੇ ਦੇ ਜਾਂ ਕਾਲੇ ਇਲਮ ਜਾਣਨ ਵਾਲੇ ਨਾਲ ਉੱਠ ਕੇ ਤੁਰ ਪੂ। ਤੀਰਥ ਰਾਮ ਕੰਨ ਵਲੇਟ ਕੇ ਛੱਪੜ ਵੱਲ ਜਾਂਦਾ, ਮੋਢੇ ਧਰੇ ਪਰਨੇ ਨੂੰ ਸੂਤ ਕਰਦਾ, ਸੂਰ ਵਾਂਗ ਨੀਵੀਂ ਪਾ ਕੇ ਘੁਰ ਕਰਦਿਆਂ ਮੂੰਹ 'ਚ ਬੁੜਬੁੜਾਇਆ, ਤੂੰ ਨਾ ਕਦੇ ਸਿੱਧੀ ਵੱਡੀ ਸਾਰੀ ਉਮਰ। ਪਰ ਉਹਨੂੰ ਡਰ ਸੀ ਕਿ ਆਵਾਜ਼ ਪਰਸੇ ਤੱਕ ਨਾ ਪਹੁੰਚ ਜਾਏ, ਇਸੇ ਕਰਕੇ ਛੱਪੜ ਦੇ ਨੇੜੇ ਜਾ ਕੇ ਬੁੜਬੁੜਾਇਆ। ਦਿਨ ਛਿਪਣ ਸਾਰ ਪਰਸਾ ਵਿਹੜੇ 'ਚ ਵਿਛਾਈ ਪੱਟੀ ਉੱਤੇ ਸਿਰਹਾਣੇ ਪੱਗ ਧਰ ਕੇ ਲੇਟ ਗਿਆ। ਦੋਵੇਂ ਮੁੰਡਿਆਂ ਨੂੰ ਉਹਨਾਂ ਦੀ ਮਾਸੀ ਸੀਤੋ ਨੇ ਆਪਣੇ ਕੋਲ ਕੋਠੇ ਤੇ ਪਾ ਲਿਆ ਸੀ। ਬਸੰਤਾ ਪਰਸੇ ਨਾਲ ਸੌਣ ਗਿੱਜਿਆ ਹੋਣ ਕਰਕੇ ਕੋਠੇ ਉੱਤੇ ਨਹੀਂ ਸੀ ਗਿਆ। ਤੀਰਥ ਰਾਮ ਵੀ ਹੇਠਾਂ ਵਿਹੜੇ 'ਚ ਹੀ ਪੈ ਗਿਆ ਸੀ। ਉਹ ਬਿੰਦ ਝੱਟ ਗੱਲਾਂ ਕਰਦੇ ਰਹੇ। ਫਿਰ ਤੀਰਥ ਰਾਮ ਤਾਂ ਅੱਖ ਮਿਚਦਿਆਂ ਘੁਰਾੜੇ ਮਾਰਨ ਲੱਗ ਪਿਆ। ਉਹਦੇ ਘੁਰਾੜਿਆਂ ਨੇ ਅੱਚ ਵੀ ਲਾਤੀ। ਬਸੰਤਾ ਵੀ ਵੱਡੀ ਰਾਤ ਤਾਈਂ ਅਸਲ ਵੱਟੇ ਲੈਂਦਾ ਅਸਮਾਨ ਵੱਲ ਝਾਕਦਾ ਰਿਹਾ। ਫਿਰ ਪਰਸੇ ਦੇ ਢਿੱਡ ਉੱਤੇ ਸੱਜੀ ਲੱਤ ਦੇ ਹਿੱਕ ਉੱਤੇ ਬਾਂਹ ਧਰ ਕੇ ਹੌਲੀ ਜੀ ਬੋਲਿਆ, ਉਹ ਬਾਪੂ, ਬੇਬੇ ਹੁਣ ਆਊਦੀ ਲਾਤ ਨੂੰ? ਆਹੋ, ਉੱਥੇ ਛਿੱਥਿਆਂ ਤੋਂ ਆਪਿਆ ਆਉਦੀ, ਮੈਂ ਲਿਆਵਾਂ ਉਹਨੂੰ ਛੱਡ ਕੇ। ਐਤਕੀ ਉਹਨੂੰ ਬਿੰਦ ਦਾ ਬਿੰਦ ਗੱਲ ਨਹੀਂ ਆਉੜੀ। ਬਸੰਤੇ ਨੇ ਬੀਰੋ ਬਾਰੇ ਕਦੇ ਕੁਝ ਨਹੀਂ ਸੀ ਪੁੱਛਿਆ। ਬਿਮਾਰ ਪਈ ਤੋਂ ਉਹਦਾ ਮੋਹ ਇੰਨਾ ਘਟ ਗਿਆ ਸੀ, ਜੇ ਉਹ ਸੱਦ ਕੇ ਗੱਲਾਂ ਕਰਨਾ ਵੀ ਚਾਹੁੰਦੀ ਤਾਂ ਬਸੰਤਾ ਮੂੰਹ 'ਚ ਉਂਗਲ ਪਾਈ ਉਹਦੀਆਂ ਅੱਖਾਂ ਵੱਲ ਬਿਤਰ ਝਾਕਦਾ ਰਹਿੰਦਾ, ਕਿਸੇ ਗੱਲ ਦਾ ਜਵਾਬ ਨਾ ਦਿੰਦਾ। ਬਹੁਤਾ ਚਿਰ ਤਾਂ ਬੀਰੋ ਆਪ ਹੀ ਆਪਣੇ ਕਿਸੇ ਪੁੱਤਰ ਨੂੰ ਕੋਲ ਨਹੀਂ ਸੀ ਰੱਖਦੀ। ਮੰਡੀ ਵਾਲੇ ਡਾਕਟਰ ਨੇ ਕਿਹਾ ਸੀ ਵੀ ਉਹਦੇ ਕੋਲ ਜਾਣ ਤੇ ਉਹਦਾ ਜੂਠਾ ਖਾਣ ਨਾਲ ਬਿਮਾਰੀ ਕਿਸੇ ਹੋਰ ਨੂੰ ਵੀ ਲੱਗ ਸਕਦੀ ਸੀ। ਪਰ ਅੱਜ ਉਹ ਅਜਿਹੀਆਂ ਗੱਲਾਂ ਕਿਉਂ ਪੁੱਛ ਰਿਹਾ ਸੀ? ਪਰਸਾ ਸੋਚ ਰਿਹਾ ਸੀ। ਉਹ ਆਪੇ ਆਜੂ ਪੁੱਤ, ਆਪਾਂ ਕਾਹਨੂੰ ਸੱਦਣ ਜਾਈਏ ਉਹਨੂੰ? ਆਪਣੇ ਨਾਲ ਤਾਂ ਉਹ ਰੁੱਸ ਕੇ ਗਈ ਆ। ਬਸੰਤਾ ਚੁੱਪ ਕਰਕੇ ਫਿਰ ਅਸਮਾਨ ਵੱਲ ਝਾਕਣ ਲੱਗ ਪਿਆ। ਆਦਤ ਅਨੁਸਾਰ ਖੱਬੇ ਹੱਥ ਦੀਆਂ ਮੂਹਰਲੀਆਂ 2 ਉਂਗਲਾਂ ਉਹਨੇ ਮੂੰਹ 'ਚ ਪਾ ਲਈਆਂ ਤੇ ਸੱਜੇ ਹੱਥ ਨਾਲ ਮੱਥੇ ਉਤਲੀ ਵਾਲਾਂ ਦੀ ਇੱਕ ਜਟੂਰੀ ਨੂੰ ਵਟੇ ਦੇਣ ਲੱਗ ਪਿਆ। ਇੰਜ ਲੇਟਿਆ ਉਹ ਪਰਸੇ ਨੂੰ ਗੰਭੀਰ ਸੋਚਾਂ 'ਚ ਡੁੱਬੇ ਕਿਸੇ ਸਿਆਣੇ ਬੰਦੇ ਵਾਂਗ ਲੱਗਿਆ। ਬਸੰਤਿਆ, ਤੂੰ ਵੱਡਾ ਹੋ ਕੇ ਕੀ ਕਰਿਆ ਕਰੇਂਗਾ? ਪਰਸੇ ਨੇ ਉਹਦਾ ਧਿਆਨ ਹੋਰ ਪਾਸੇ ਲਾਉਣ ਲਈ ਪੁੱਛਿਆ। ਪਹਿਲਾਂ ਮੂੰਹ ਪੁਆ ਕੇ ਬਸੰਤਾ ਉਸ ਵਾਲੇ ਨੂੰ ਝਾਕਿਆ ਜਿਵੇਂ ਗੱਲ ਸੁਣੀ ਨਾ ਹੋਵੇ। ਫਿਰ ਸੋਚਦਾ ਜਿਹਾ ਬੋਲਿਆ, ਮੈਂ ਪਛਾਈ ਮੰਨੂਗਾ, ਲਾਲੇ ਬੰਨ ਨਾਲੇ ਥਾਣਾ ਕਿ ਥਾਣੇਦਾਰ? ਡਾਰ। ਥਾਣੇਦਾਰ ਬਣ ਕੇ ਕੀ ਕਰਿਆ ਕਰੇਂਗਾ? ਮੈਂ ਨਾ ਆਪਣੇ ਮੋਤੇ ਤਾਏ ਨੂੰ ਕੁੱਤਿਆ ਕਲੂ। ਲੰਬੜਦਾਰ ਤਾਏ ਨੂੰ? ਉਹਨੇ ਤੇਰਾ ਕੀ ਵਿਗਾੜਿਆ ਬਈ? ਆਪਣੇ ਖੇਤ ਦੰਦਾ ਹੈ, ਫਿਰ ਕੀ ਹੋ ਗਿਆ? ਖੇਤ ਜਾ ਕੇ ਕੀ ਉਹ ਤੇਰੀ ਕੇਸਰ ਕਸਤੂਰੀ ਪੱਟਦਾ ਹੈ? ਉਹ ਬਦੇ ਬਾਈ ਨੂੰ ਕਹਿੰਦਾ ਜੀ ਵੀ ਮੈਂ ਬੋਦਾ ਥੋਦਾ ਖੇਤ ਲੈ ਲਾਂ। ਉਹ ਛਾਦੇ ਖੇਤ ਦਾ ਛਾਲਾ ਲੱਗਦਾ ਹੈ ਬਾਪੂ, ਮੈਂ ਫੇਲ ਮਾਲ ਦੂੰ ਦਮੂਖ ਨਾਲ। ਪਰਸਾ ਉਹਦੇ ਮੂੰਹ ਵੱਲ ਵੇਂਦਾ ਰਹਿ ਗਿਆ। ਆਪਣੇ ਕਿਸੇ ਮੁੰਡੇ ਦੇ ਮੂੰਹੋਂ ਉਹਨੇ ਪਹਿਲੀ ਵਾਰ ਗਾਲ ਸੁਣੀ ਸੀ। ਉਹਨੂੰ ਪਹਿਲਾਂ ਲੰਬੜਦਾਰ ਤੇ ਗੁੱਸਾ ਆਇਆ ਜਿਹਨੇ ਇਹੋ ਜਿਹੀ ਗੱਲ ਵੱਡੇ ਮੁੰਡੇ ਨੂੰ ਕਹੀ ਸੀ। ਫਿਰ ਬਸੰਤੇ ਦੇ ਸਿਰ ਤੇ ਹੱਥ ਫੇਰਦਿਆਂ ਬੋਲਿਆ, ਚੰਗਾ ਹੁਣ ਤੂੰ ਸੌਂ ਜਾ ਮੇਰਾ ਸ਼ੇਰ ਬੱਗਾ, ਆਪਾਂ ਕੱਲ ਨੂੰ ਤੜਕੇ ਪੁੱਛਾਂਗੇ ਲੰਬੜਦਾਰ ਦਾ ਗੋਤ। ਬਸੰਤਾ ਉਵੇਂ ਮੂੰਹ 'ਚ ਉਂਗਲਾ ਪਾ ਕੇ ਤੇ ਪਰਸੇ ਵੱਲ ਪਿੱਠ ਕਰਕੇ ਚੁੱਪ ਹੋ ਗਿਆ। ਕੁਝ ਚਿਰ ਪਿੱਛੋਂ ਸ਼ਾਇਦ ਸੌਂ ਵੀ ਗਿਆ। ਉਹਦੀ ਪਿੱਠ ਪਲੋਸਦਿਆਂ ਪਰਸੇ ਨੂੰ ਜਾਪਿਆ ਜਿਵੇਂ ਉਹਦਾ ਸੰਗ ਹਨੇਰੀ ਦੇ ਰੇਤੇ ਨਾਲ ਭਰ ਗਿਆ ਸੀ। ਫਿਰ ਹੌਲੀ ਮਨ ਸਥਿਰ ਹੋਣ ਲੱਗ ਪਿਆ। ਪਰ ਸੋਚਾਂ ਦੀਆਂ ਉਡਾਰੀਆਂ ਕੌਣ ਰੋਕੇ? ਮਨ ਤਾਂ ਚੰਚਲ ਹੈ, ਬਾਂਦਰ ਵਾਂਗ ਕਿਤੇ ਜਾ ਪਹੁੰਚਿਆ ਤੇ ਬੀਰੋ ਸੁਤੇ ਸੁਭਾਈ ਸੋਚਾਂ ਤੇ ਛਾ ਗਈ। ਸੋਚਿਆ ਜਦ ਤਾਈਂ ਉਹ ਸੀ, ਇਹੋ ਵਿਹੜਾ ਭਰਿਆ ਭਕੁੰਨਾ ਲੱਗਦਾ ਸੀ। ਅੱਜ ਉਸੇ ਕੱਲੀ ਬਿਨਾਂ ਕੰਧਾਂ ਉਜਾੜ ਦਿਸਦੀਆਂ ਸੀ। ਅਸਮਾਨ ਹਾਰੀ ਦੇ ਚਾਪੜ ਵਾਂਗ ਧੁਆਂਖਿਆ ਲੱਗਦਾ ਸੀ। ਬਨੇਰਿਆਂ ਤੇ ਪੈਂਦੀ ਤੇਰਸ ਤੇ ਚੰਦ ਦੀ ਚਾਨਣੀ ਵੀ ਘਸਮੈਲੀ ਦਿਸਦੀ ਸੀ। ਪਿਆ ਉਹਨੂੰ ਇੱਕ ਹੋਰ ਬੰਦ ਚੇਤੇ ਆ ਗਿਆ। ਲੱਖ ਸੂਰਜ, ਲੱਖਾਂ ਤਾਰੇ ਅੰਬਰੀ, ਲੱਖਾਂ ਚੰਦਾਂ ਦੇ ਫੇਰੇ, ਪਰ ਇੱਕ ਤੇਰੇ ਬਾਝੋਂ ਸਜਣਾ ਚਾਰੇ ਕੂਟ ਹਨੇਰੇ, ਰਾਣੀਏ ਚਾਰੇ ਕੂਟ ਹਨੇਰੇ। ਪਰ ਇਹ ਉਹਨੇ ਗੁਣਗੁਣਾਇਆ ਨਹੀਂ, ਮਨ 'ਚ ਸਿਰਫ ਦੁਹਰਾਇਆ। ਕਈ ਵਾਰ ਮਨ ਕੁਝ ਅਸਥਿਰ ਹੋ ਗਿਆ ਜਾਪਿਆ। ਅਜਿਹੀ ਦਸ਼ਾ ਉੱਪਰੀ ਲੱਗੀ। ਕਿੰਨੇ ਵਾਰ ਪਲਸੇਟੇ ਮਾਰੇ, ਫਿਰ ਕਈ ਵਾਰ ਅਸਮਾਨ ਵੱਲ ਤੱਕਿਆ। ਬਸੰਤੇ ਨੂੰ ਥਾਪੜਿਆ, ਫਿਰ ਵੀ ਅੱਚ ਵੀ ਵੱਧਦੀ ਗਈ। ਪਰ ਅੱਧੀ ਕੁ ਰਾਤ ਮਗਰੋਂ ਆਪੇ ਹੀ ਮਨ ਸਥਿਰ ਹੋ ਗਿਆ। ਕੁੱਕੜ ਦੀ ਬਾਂਗ ਤੋਂ ਕੁਝ ਪਹਿਲਾਂ ਅੱਖ ਲੱਗੀ ਤਾਂ ਸੁਪਨਾ ਆਇਆ।
ਸਿਵਿਆਂ ਚੋਂ ਨਿਕਲ ਕੇ ਬੀਰੋ ਫੇਰ ਸਾਹਮਣੇ ਆ ਖੜੋਤੀ ਉਵੇਂ ਅੱਗ ਦੀ ਲਾਟ ਵਾਂਗ। ਤੂੰ ਮੇਰਾ ਚਿੱਤ ਟਿਕਾਣੇ ਆਉਣ ਦੇਂਗੀ ਕਿ ਨਹੀਂ? ਉਹ ਜਿਵੇਂ ਕਿਸੇ ਗੁੱਝੇ ਰੋਸ ਨਾਲ ਬੋਲਿਆ। ਬੀਰੋ ਦੀਆਂ ਕੌਲ ਕਟੋਰਿਆਂ ਦੀਆਂ ਅੱਖਾਂ ਝੁਕ ਗਈਆਂ। ਅੰਗਿਆਰਾਂ ਵਰਗੇ ਕੁਝ ਹੰਝੂ ਧਰਤੀ ਤੇ ਡਿੱਗਦੇ ਵੀ ਦਿਸੇ। ਉਹਦੇ ਲਾਲ ਸੁੱਬਰ ਦਾ ਪੱਲਾ ਭਿੱਜਦਾ ਵੀ ਦਿਸਿਆ ਤੇ ਉਦੋਂ ਹੀ ਖੜੀ ਖੜੋਤੀ ਧਰਤੀ 'ਚ ਗਰਕ ਗਈ, ਜਿਵੇਂ ਧਰਤੀ ਨੇ ਉਹਨੂੰ ਵੇਲ ਦੇ ਦਿੱਤੀ ਹੋਵੇ। ਤੇ ਪਰਸਾ ਧਰਤੀ ਦਾ ਬਿਆੜਿਆ ਸਖਣਾ ਮੂੰਹ ਦੇਖ ਕੇ ਘਾਬਰੀ ਆਵਾਜ਼ 'ਚ ਬੜਵਾਈ ਬੋਲਿਆ, ਇੰਨਾ ਰੋਸ ਪਰ ਕਾਹਦਾ? ਅੱਖ ਫੇਰ ਖੁੱਲ ਗਈ ਸੀ। ਚੇਤੋਂ ਵੀ ਅਸਥਿਰ ਜਾਪਦਾ ਸੀ। ਉੱਠ ਕੇ ਬੈਠਦਿਆਂ 3 ਵਾਰ ਵਾਹਿਗੁਰੂ ਕਹਿ ਕੇ ਉਹ ਪੱਗ ਬੰਨਣ ਲੱਗ ਪਿਆ। ਤੀਰਥ ਰਾਮ ਉਵੇਂ ਘਰਾੜੇ ਮਾਰੀ ਜਾਂਦਾ ਸੀ, ਪਰ ਪਰਸਾ ਆਪਣੇ ਨਿਤਨੇਮ ਮੁਜਬ ਉੱਠ ਕੇ ਬਾਹਰ ਨੂੰ ਤੁਰ ਪਿਆ। ਉਵੇਂ ਪਾਲੇ ਰਾਗੀ ਦਾ ਮਨਪਸੰਦ ਸ਼ਬਦ ਗਾਉਂਦਾ, ਭਿੰਨੀ ਰੈਣੜੀਏ ਚਮਕਣ ਤਾਰੇ। ਬਾਹਰ ਛੱਪੜ ਕੋਲ ਆ ਕੇ ਸਾਹਮਣੇ ਧੌੜੇ ਤੇ ਬਹਿ ਗਿਆ। ਲੋ ਪਾਟ ਦੀ ਵਹਿੰਦਿਆਂ ਜਾਪਿਆ ਜਿਵੇਂ ਜ਼ਿੰਦਗੀ ਦੀ ਇੱਕ ਘਾਟੀ ਪਾਰ ਕਰ ਲਈ ਹੋਵੇ, ਪਰ ਅਜੇ ਬੜਾ ਲੰਮਾ ਪੈਂਡਾ ਬਾਕੀ ਸੀ। ਉਹਨੂੰ ਆਪਣੀਆਂ ਲੱਤਾਂ ਵਿੱਚ ਕੋਈ ਅਲੋਕਾਰ ਬਲ ਮਹਿਸੂਸ ਹੋਇਆ। ਪਲ ਦਾ ਪਲ ਸੂਰਜ ਵੱਲ ਤੱਕਣ ਪਿੱਛੋਂ ਜਦ ਅਜਿਹੀ ਰੁੱਖੀ ਰੁੱਤ ਵਿੱਚ ਬੋੜ ਦੇ ਹਰੇ ਪੱਤਿਆਂ ਤੇ ਪਸ਼ੂਆਂ ਬੰਦਿਆਂ ਦਾ ਆਸਰਾ ਬਣਦੇ ਉਹਦੇ ਸੰਘਣੇ ਪਰਿਵਾਰ ਵੱਲ ਨਿਗਾਹ ਮਾਰੀ ਤਾਂ ਅੰਗਾਂ 'ਚ ਕੋਈ ਗੁੱਝਾ ਨਿੱਘ ਸਿੰਜਰ ਦਾ ਮਹਿਸੂਸ ਹੋਇਆ। ਕੁਝ ਚਿਰ ਮਗਰੋਂ ਉੱਠ ਕੇ ਘਰ ਨੂੰ ਤੁਰਿਆ ਤਾਂ ਅੰਗ ਅੰਗ ਫੇਰ ਨਵਾਂ ਨਰੋਇਆ ਹੋ ਗਿਆ ਲੱਗਿਆ। ਅੰਗ 5ਵਾਂ। ਬੈਠਣ ਵਾਲੇ ਆਉਂਦੇ ਜਾਂਦੇ ਰਹੇ। ਤੀਵੀਆਂ ਪਰਸੇ ਦੀ ਸਾਲੀ ਸੀਤੋ ਤੇ ਉਹਦੀ ਮਾਸੀ ਦੀ ਧੀ ਰਾਜੋ ਕੋਲ ਬਿੰਦ ਝੱਟ ਦੁੱਖ ਸੁੱਖ ਸਾਂਝਾ ਕਰਕੇ ਚਲੀਆਂ ਜਾਂਦੀਆਂ। ਕਿਸੇ ਨੂੰ ਵੈਣ ਪਾਉਣ ਦੀ ਹਿੰਮਤ ਨਹੀਂ ਸੀ ਪੈਂਦੀ, ਕਿਉਂਕਿ ਪਰਸੇ ਨੇ ਵਰਜਿਆ ਹੋਇਆ ਸੀ। ਮਰਦਾਂ ਵਿਚਕਾਰ ਬੈਠਾ ਰਾਗੀ ਪਾਲਾ ਸਿੰਘ ਆਪਣੀ ਲਿਸ਼ਕਦੀ ਲੰਮੀ ਦਾੜੀ ਨੂੰ ਖੱਬੇ ਹੱਥ ਨਾਲ ਪਲੋਸਦਾ ਸੁਰੀਲੀ ਮਿੱਠੀ ਆਵਾਜ਼ 'ਚ ਹੋਰ ਸਭ ਤਰ੍ਹਾਂ ਦੀਆਂ ਗੱਲਾਂ ਕਰਦਾ ਰਹਿੰਦਾ, ਪਰ ਬੀਰੋ ਬਾਰੇ ਕੋਈ ਗੱਲ ਨਾ ਆਪ ਕਰਦਾ, ਨਾ ਕਿਸੇ ਨੂੰ ਛੇੜਨ ਦਿੰਦਾ। 5-7 ਦਿਨਾਂ ਅੰਦਰ ਜਿਹੜੀ ਇੱਕ ਆਮ ਗੱਲ ਉਹਨੇ ਕਈ ਵਾਰ ਸੁਣਾਈ ਸੀ, ਉਹ ਪਰਸੇ ਦੇ ਵਿਆਹ ਦੀ ਦਿਲਚਸਪ ਵਾਰਤਾ ਸੀ। ਪਰ ਇਹ ਵੀ ਉਹ ਪਰਸੇ ਦੀ ਗੈਰ ਹਾਜ਼ਰੀ 'ਚ ਹੀ ਸੁਣਾਉਂਦਾ ਸੀ। ਸਿਰਫ ਅੱਜ ਹੀ ਉਹਦੇ ਬੈਠਿਆਂ ਸੁਣਾ ਰਿਹਾ ਸੀ। ਫਿਰ ਇਹ ਤੜਕੇ 5:30 ਵਜੇ ਦੀ ਸੀ। ਚਾਚੇ ਸਰੂਪੇ ਨੇ ਸਾਨੂੰ 4 ਵਜੇ ਜਗਾ ਲਿਆ। ਉਹ ਕਹਿੰਦਾ, ਉੱਠ ਕੇ ਇਸ਼ਨਾਨ ਕਰੋ। ਉਹਨੇ ਅੱਗੋਂ ਮੋੜ ਕਰਤਾ, ਬਾਪੂ ਆਪਣੀਆਂ 7 ਕੁਲਾਂ ਤਾਂ ਹਲ ਵਾਉਂਦਿਆਂ ਦੀਆਂ ਬੀਤ ਗਈਆਂ, ਰਿਵਾਜ ਨੂੰ ਤੂੰ ਅਜੇ ਬਾਹਮਣਾ ਵਾਲੇ ਕਰਦਾ। ਜੱਟ ਤਾਂ ਜੇ ਵਿਆਹ ਤੋਂ 3 ਦਿਨ ਪਹਿਲਾਂ ਨਹਾ ਲਏ ਤਾਂ ਕਹਿੰਦੇ ਆ ਮਗਰੋਂ ਪ੍ਰੇਤ ਬਣਦਾ। ਬਸ ਨਹਾਈ ਧੋਈ ਵੇਲੇ ਨਹਾਉਣਾ ਲਿਖਿਆ, ਉਹ ਮੈਂ ਨਹਾ ਲਿਆ। ਤੇ ਤਾਂ ਉਹਦੇ ਆਸਤੇ ਹਲ ਮਗਰੋਂ ਆ ਕੇ ਉਸੇ ਤਰ੍ਹਾਂ ਬੇਦੀ ਤੇ ਬੈਠਣਾ ਲਿਖਿਆ। ਤੇ ਜੇ ਮੇਰੀ ਗੱਲ ਨਹੀਂ ਮੰਨਦਾ ਤਾਂ ਭਾਵੇਂ ਬੇਦਾਂ 'ਚ ਦੇਖ ਲਈ ਬਈ ਕੀ ਲਿਖਿਆ। ਚਾਚਾ ਤਾਂ ਲੈ ਕੇ ਖੁੰਡਾ ਸਾਡੇ ਉਦਾਲੇ ਹੋ ਗਿਆ। ਕਹਿੰਦਾ, ਤੈਨੂੰ ਇਹ ਬੇਦ ਤੇ ਗੀਤਾ ਪੜ੍ਹਾਈ ਕਿਹੜੇ ਗਿਆਨੀ ਸੰਤ ਨੇ ਆ? ਓਏ ਬੰਦੇ ਦਾ ਪੁੱਤ ਹੈ ਤਾਂ ਉੱਠ ਕੇ ਹੁਣ ਇਹ ਨਾ। ਮੈਂ ਸੋਚਿਆ ਤਾਂ ਕੰਮ ਕਸੂਤਾ ਹੋ ਗਿਆ। ਦੋਹਾਂ ਪਿਓ ਪੁੱਤਾਂ ਦੀ ਜਿੱਦ ਤਾਂ ਇੱਕੋ ਜਿਹੀ ਸੀ। ਇਹਨੇ ਨਹਾਉਣਾ ਨਹੀਂ, ਉਹਨੇ ਨਮਾਏ ਬਿਨਾਂ ਹਟਣਾ ਨਹੀਂ। ਅਖੀਰ ਮੈਂ ਉਹਨੂੰ ਬਰਾਤ ਰਾ ਕੇ ਧਰਮਸ਼ਾਲਾ ਦੇ ਮਗਰਲੇ ਪਾਸੇ ਲੈ ਗਿਆ। ਕੱਪੜੇ ਲੁਆ ਕੇ ਨਵੇਂ ਪਵਾਤੇ, ਮੂੰਹ ਹੱਥ ਗਿੱਲੇ ਮੁੱਕੇ ਨਾਲ ਪੂੰਝਦਾ। ਚਾਚੇ ਕੋਲ ਆ ਕੇ ਝੂਠ ਮਾਰਤਾ ਵੀ ਇਹ ਨਹਾ ਲਿਆ। ਤਾਂ ਅਸੀਂ ਫੇਰਿਆਂ ਤੇ ਗਏ। ਇਹੋ ਜੀ ਤਾਂ ਵਿਆਹ ਵੇਲੇ ਹੋਈ। ਰਾਗੀ ਆ, ਇਹੋ ਜਿਹੇ ਝੂਠ ਤੂਫਾਨ ਵੀ ਤੂੰ ਬੋਲਣ ਨਾ? ਗੱਜਣ ਰਤੀਏ ਨੇ ਪੁੱਛਿਆ। ਪਾਲਾ ਸਿੰਘ ਗੰਭੀਰ ਹੁੰਦਿਆਂ ਬੋਲਿਆ, ਮਹਾਭਾਰਤ 'ਚ ਇੱਕ ਕਥਾ ਹੁੰਦੀ ਹੈ ਵੀ ਯੁਧਿਸ਼ਟਰ ਕਦੇ ਝੂਠ ਨਹੀਂ ਸੀ ਬੋਲਦਾ, ਪਰ ਜਦੋਂ ਕੌਰਵਾਂ ਦਾ ਪਾਸਾ ਭਾਰੀ ਹੁੰਦਾ ਦਿਸਿਆ ਤਾਂ ਪਾਂਡਵਾਂ ਨੇ ਰਾਜਨੀਤੀ ਖੇਡੀ। ਕੌਰਵਾਂ ਦਾ ਸੈਨਾਪਤੀ ਬਲਵਾਨ ਯੋਧਾ ਅਸ਼ਵਥਾਮਾ ਸੀ। ਉਹਨਾਂ ਨੇ ਯੁਧਿਸ਼ਟਰ ਨੂੰ ਕਿਹਾ, ਉੱਚੀ ਸਾਰੀ ਕੌਰਵਾਂ ਨੂੰ ਸੁਣਾ ਕੇ ਆਖੇ ਬਈ ਅਸ਼ਵਥਾਮਾ ਮਰ ਗਿਆ। ਯੁਧਿਸ਼ਟਰ ਪਹਿਲਾਂ ਤਾਂ ਦੁਬਦਾ 'ਚ ਪੈ ਗਿਆ, ਪਰ ਫਿਰ ਉਹਨੇ ਇਹ ਗੱਲ ਕਹਿਤੀ। ਕੌਰਵਾਂ ਨੂੰ ਪਤਾ ਸੀ ਵੀ ਯੁਧਿਸ਼ਟਰ ਕਦੇ ਝੂਠ ਨਹੀਂ ਬੋਲਿਆ। ਉਹਨਾਂ ਨੇ ਉਹਦੀ ਗੱਲ ਦਾ ਸੱਚ ਮੰਨ ਲਿਆ। ਆਪਣੇ ਸੈਨਾਪਤੀ ਦੀ ਮੌਤ ਸੁਣ ਕੇ ਉਹਨਾਂ ਦੇ ਹਰਾਸ ਟੁੱਟ ਗਏ। ਇੰਨੇ ਨਾਲ ਪਾਂਡਵਾਂ ਦਾ ਪਾਸਾ ਭਾਰੀ ਹੋ ਗਿਆ। ਪਰ ਅਸਲੀ ਗੱਲ ਪਤਾ ਕੀ ਸੀ? ਅਸਲ 'ਚ ਮਰਿਆ ਸੀ ਇੱਕ ਹਾਥੀ, ਤੇ ਉਸ ਹਾਥੀ ਦਾ ਨਾਂ ਸੀ ਅਸ਼ਵਥਾਮਾ। ਲਿਖਤਕਾਰ ਦੱਸਦੇ ਆ ਵੀ ਜਦੋਂ ਯੁਧਿਸ਼ਟਰ ਨੇ ਕਿਹਾ ਵੀ ਅਸ਼ਵਥਾਮਾ ਮਰ ਗਿਆ ਤਾਂ ਉਹਨੇ ਅਖੀਰ 'ਚ ਹਾਥੀ ਸ਼ਬਦ ਵੀ ਬੋਲਿਆ ਸੀ। ਪਰ ਹਾਥੀ ਸ਼ਬਦ ਬੋਲਣ ਵੇਲੇ ਯੁਧਿਸ਼ਟਰ ਦੇ ਭਰਾਵਾਂ ਦਾ ਸਿਖਾਇਆ ਰਥਵਾਨ ਉਹਦਾ ਰੱਥ ਉੱਥੋਂ ਦੂਰ ਭਜਾ ਕੇ ਲੈ ਗਿਆ ਸੀ ਤਾਂ ਜੋ ਕੌਰਵਾਂ ਨੂੰ ਹਾਥੀ ਸ਼ਬਦ ਸੁਣੇ ਨਾ। ਇਸ ਕਰਕੇ ਨਾਲੇ ਤਾਂ ਯੁਧਿਸ਼ਟਰ ਸੱਚਾ ਪੁੱਤਰ ਬਣਿਆ ਰਿਹਾ ਤੇ ਨਾਲੇ ਪਾਂਡਵਾਂ ਦਾ ਪ੍ਰਯੋਜਨ ਪੂਰਾ ਹੋ ਗਿਆ। ਇਸੇ ਨੂੰ ਰਾਜਨੀਤੀ ਕਹਿੰਦੇ ਆ ਨਾ। ਹੋਰ ਰਾਜਨੀਤੀ ਕੋਈ ਐਸੀ ਚੀਜ਼ ਤਾਂ ਹੈ ਨਹੀਂ ਵੀ ਸੱਚ ਦਾ ਸੱਚ ਰਟਨ ਕਰਕੇ ਆਪਣਾ ਰਾਜ ਹੀ ਖਵਾ ਬੈਠੋ। ਗ੍ਰੰਥਕਾਰ ਲਿਖਦੇ ਆ ਵੀ ਜਿਵੇਂ ਮਹਾਜਨ ਨੂੰ ਹੱਟੀ ਦੀ ਗੱਦੀ ਉੱਤੇ ਬੈਠ ਕੇ ਹਰ ਝੂਠ ਤੇ ਬੇਈਮਾਨੀ ਮਾਫ ਹੈ, ਉਵੇਂ ਰਾਜਨੀਤੀ 'ਚ ਤੇ ਰਣ ਖੇਤਰ 'ਚ ਵੀ ਸਭ ਕੁਝ ਮਾਫ ਹੈ। ਅਸੀਂ ਵੀ ਪਰਸੇ ਦੇ ਫੇਰਿਆਂ ਵੇਲੇ ਰਾਜਨੀਤੀ ਤੋਂ ਕੰਮ ਲਿਆ, ਨਹੀਂ ਤਾਂ ਚਾਚਾ ਸਰੂਪਾ ਇਹਨੂੰ ਪਿੰਡ ਦੀ ਫਿਰਨੀ ਉਦਾਲੇ ਦਬੱਲੀ ਫਿਰਦਾ।
ਇਹਨੇ ਤੁਹਾਨੂੰ ਪਤਾ ਜਦੋਂ ਕੇਰਾ ਮੂੰਹੋਂ ਨਾ ਨਿਕਲ ਗਈ, ਚਾਹੇ ਸੂਰਜ ਇੱਧਰੋਂ ਉੱਧਰ ਚੜ ਪੈਂਦਾ, ਨਹਾਉਣਾ ਤਾਂ ਹੈ ਨਹੀਂ ਸੀ। ਫਿਰ ਪਏ ਲੋਕ ਤਮਾਸ਼ਾ ਦੇਖਦੇ ਤੇ ਸਾਡੀ ਸਾਰਿਆਂ ਦੀ ਸਿਆਣਪ ਪਰੋਲੇ ਵਾਂਗੂ ਰੁਲਦੀ ਫਿਰਦੀ। ਉਹ ਕਾਹਦੀ ਰਾਜਨੀਤੀ ਸੀ? ਬੰਦੇ ਨੂੰ ਹਮੇਸ਼ਾ ਵਕਤ ਵਿਚਾਰਨਾ ਚਾਹੀਦਾ ਹੈ, ਇਹੀ ਸਿਆਣਪ ਆ। ਰਾਗੀ ਦੀ ਗੱਲ ਪਰਸਾ ਵੀ ਸੁਣ ਰਿਹਾ ਸੀ, ਪਰ ਉਹਦੇ ਚਿਹਰੇ ਤੇ ਪਲੱਤੀ ਜੀ ਮੁਸਕਰਾਹਟ ਆਈ ਤੇ ਦੂਜੇ ਪਾਲੀ ਲੋਪ ਹੋ ਗਈ। ਹੋਰ ਬੰਦੇ ਵੀ ਜਿਹੜੇ ਉੱਥੇ ਬੈਠੇ ਸੀ ਰਤਾ ਕੋ ਹੱਸ ਕੇ ਚੁੱਪ ਹੋ ਗਏ। ਕਈਆਂ ਨੂੰ ਸੱਥਰ ਉੱਤੇ ਹੱਸਣਾ ਚੰਗਾ ਨਹੀਂ ਲੱਗਿਆ ਤੇ ਕਈ ਪਰਸੇ ਦੇ ਭਰਵੇਂ ਮੱਥੇ ਦੀਆਂ ਤਿਉੜੀਆਂ ਤੋਂ ਸਹਿਮੇ ਚੁੱਪ ਰਹੇ। ਕੱਲਾ ਪਾਲਾ ਰਾਗੀ ਗੱਲ ਸੁਣਾ ਕੇ ਭਲਾਤਾ ਜਿਹਾ ਹੱਸ ਪਿਆ। ਤੀਜੇ ਦਿਨ ਸੀਤੋ ਨੇ ਕੁਝ ਝਿਜਕਦਿਆਂ ਮਲਵੀ ਜੀਭ ਨਾਲ ਆਖਿਆ, ਜੇ ਤੂੰ ਕਹੇ ਤਾਂ ਅਸੀਂ ਭੋਗ ਤਾਂ ਹੀ ਰਹਿ ਪੈਂਦੇ ਆ, ਜੇ ਸਰਜੂ ਤਾਂ ਫੇਰ ਅੱਜ ਜਾਂਦੇ ਰਹਿੰਦੇ ਆ। ਜ਼ਰੂਰ ਜਾਓ ਭਾਈ, ਇੱਥੇ ਕਿਹੜਾ ਮੇਰੇ ਦਾਣੇ ਕੱਢਣ ਵਾਲੇ ਪਏ ਆ ਵੀ ਮੀਂਹ ਕਣੀ ਦਾ ਡਰ ਹੋ, ਜੋ ਹੋਣਾ ਸੀ ਹੋ ਗਿਆ, ਉਹਨੂੰ ਤਾਂ ਹੁਣ ਤੁਸੀਂ ਮੋੜ ਕੇ ਲਿਆਉਣਾ ਰਹੇ। ਤੇ ਜੇ ਮੇਰੇ ਆਖੇ ਰਹਿ ਪਏ ਤਾਂ ਮਗਰੋਂ ਸਾਰੀ ਉਮਰ ਸਿਰ ਤੇ ਲੱਤ ਰੱਖੋਗੇ ਵੀ ਅਸੀਂ ਤੇਰਾ ਵਕਤ ਘਟਾਇਆ। ਇਹੋ ਜਿਹਾ ਆਸਾਨ ਮੈਥੋਂ ਝੱਲਿਆ ਨਹੀਂ ਜਾਣਾ। ਤੁਸੀਂ ਆਪ ਦਾ ਕੰਮ ਧੰਦਾ ਸੰਭੋ ਜਾ ਕੇ, ਤੇ ਜੋ ਤੁਸੀਂ ਕਰਾਤਾ ਤੁਹਾਡੀ ਸ਼ਾਬਾਸ਼ੀ, ਮਿਹਰਬਾਨੀ। ਸੀਤੋ ਤੇ ਤੀਰਥ ਰਾਮ ਦੋਹਾਂ ਨੇ ਉਹਦੀ ਗੱਲ ਦਾ ਬੁਰਾ ਮਨਾਇਆ, ਪਰ ਕੋਈ ਮੋੜ ਨਹੀਂ ਕੀਤਾ। ਚਿੱਤੋਂ ਇਹ ਸੋਚਦੇ ਰਹੇ ਕਿ ਜਿੱਥੇ ਕਿਸੇ ਦੇ ਕੀਤੇ ਦੀ ਕੋਈ ਕਦਰ ਹੀ ਨਹੀਂ, ਉੱਥੇ ਕਰਨ ਦਾ ਵੀ ਕੀ ਫਾਇਦਾ। ਇਸੇ ਕਰਕੇ ਮੂੰਹ ਮੋਟੇ ਕਰੀ ਅਗਲੇ ਦਿਨ ਹੀ ਦੋਵੇਂ ਪਿੰਡ ਨੂੰ ਮੁੜ ਗਏ। ਉਸ ਦਿਨ ਆਥਣੇ ਪਰਸੇ ਦਾ ਮਸੇਰ ਕਰਮਾ ਆ ਗਿਆ। ਗਰਾਂ ਗਿਆ ਹੋਣ ਕਰਕੇ ਉਹਨੂੰ ਕੱਲ ਹੀ ਪਤਾ ਲੱਗਿਆ ਸੀ ਵੀ ਬੀਰੋ ਗੁਜ਼ਰ ਗਈ। ਆਉਂਦਿਆਂ ਹੀ ਉਹ ਮਾਫੀਆਂ ਮੰਗਣ ਲੱਗ ਪਿਆ। ਪਰਸੇ ਨੇ ਉਹਨੂੰ ਘੂਰ ਕੇ ਕਿਹਾ, ਤੂੰ ਐਵੇਂ ਮਿਣਮਿਣ ਕਰੀ ਜਾਂਦਾ, ਤੇਰੇ ਬਿਨਾਂ ਉਹਦਾ ਕਿਰਿਆ ਕਰਮ ਨਹੀਂ ਸੀ ਹੋਣਾ ਕਿ ਹੁਣ ਤੇਰੇ ਆਏ ਬਿਨਾਂ ਉਹਦੀ ਗਤੀ ਨਹੀਂ ਹੋਊ। ਆਰਾਮ ਨਾਲ ਬੈਠ, ਕੋਈ ਫਾਇਦਾ ਨਹੀਂ ਬਾਹਲਾ ਕਹਿਣ ਸੁਣਨ ਦਾ। ਕਰਮੇ ਨੇ ਹੈਰਾਨੀ ਨਾਲ ਉਸ ਵੱਲ ਵੇਖਿਆ, ਫਿਰ ਬਿੰਦਕ ਜਿਵੇਂ ਗੁੰਮਸੁੰਮੀ ਹੋ ਗਿਆ। ਪਰ ਇੰਨੀ ਕਰਾ ਕੇ ਬੋਲੇ ਬਿਨਾਂ ਰਹਿ ਵੀ ਕਿਵੇਂ ਸਕਦਾ ਸੀ। ਕਹਿ ਬੈਠਾ, ਜੇ ਐਂ ਗੱਲ ਹੈ ਤਾਂ ਫਿਰ ਮੈਂ ਕਾਹਨੂੰ ਆਉਣਾ ਸੀ? ਤੈਨੂੰ ਕਿਸੇ ਨੇ ਗੰਢ ਦੇ ਕੇ ਸੱਦਿਆ ਸੀ? ਪਰਸਾ ਭੜਕ ਪਿਆ। ਜਦੋਂ ਚਿੱਤੋਂ ਹੀ ਇਹ ਧਾਰ ਕੇ ਆਉਨੇ ਹੋ ਵੀ ਪਰਸੇ ਦਾ ਦਸੌਂਟਾ ਕਟਾਉਣ ਚੱਲੇ ਆ, ਤਾਂ ਜਿਹੇ ਆਏ ਜਿਹੇ ਨਾ ਆਏ, ਐਵੇਂ ਬੋਲਦੀ ਕੀ ਲੋੜ ਹੈ ਬਾਈ? ਇਹ ਤਾਂ ਸਕੀਰੀ ਹੈ, ਐਸੀ ਹੈ ਵੀ ਸਰਦਾ ਨਹੀਂ। ਪਰ ਹੁਣ ਅੱਲ ਹੈ 1 2 3, ਐਤਕੀ ਭੁੱਲੇ ਚੁੱਕੇ ਆ ਗਏ, 100 ਆ ਗਏ। ਗਾਹਾਂ ਨੂੰ ਤੇਰੀ ਦੇਹਲੀਓਂ ਅੰਦਰ ਪੈਰ ਕਿਹੜਾ ਪਾਉਣੇ ਆ ਕੇ। ਮੂਕਾ ਝਾੜ ਕੇ ਮੋਢੇ ਤੇ ਧਰਦਿਆਂ ਕਰਮਾ ਉੱਠ ਕੇ ਖੜਾ ਹੋ ਗਿਆ। ਪਾਲੇ ਨੇ ਉਹਨੂੰ ਬਾਹੋਂ ਫੜ ਕੇ ਕਿਹਾ, ਕਰਮਚੰਦਾ ਕਮਲਾ ਹੋ ਗਿਆ, ਇਹਦਾ ਤਾਂ ਭਲਾ ਮਨ ਨਹੀਂ ਰਾਜੀ। ਇਹੋ ਜਿਹੇ ਮੌਕੇ ਹਰਖ ਦਾ ਬੰਦਾ ਚੰਗਾ ਲੱਗਦਾ। ਫਿਰ ਹੁਣ ਇੱਥੇ ਮੈਂ ਬੇਇੱਜ਼ਤੀ ਕਰਾਉਣ ਤਾਂ ਨਹੀਂ ਆਇਆ ਰਾਗੀਆ। ਨਾਲੇ ਤਾਂ ਬੰਦਾ ਹਮਦਰਦੀ ਕਰੇ ਆ ਕੇ, ਨਾਲੇ ਇਹੋ ਜਿਹੀਆਂ ਬੋਲ ਬਾਣੀਆਂ ਸੁਣੇ। ਇਹ ਭਲਾ ਕੀ ਗੱਲ ਬਣੀ? ਇਹ ਕਿਹੜੇ ਗ੍ਰੰਥ 'ਚ ਲਿਖਿਆ? ਪਾਲੇ ਨੇ ਪਰਸੇ ਵੱਲ ਵੇਖਿਆ। ਉਹ ਚੁੱਪ ਕਰਕੇ ਪਸ਼ੂਆਂ ਨੂੰ ਪੱਠੇ ਪਾਉਣ ਜਾ ਲੱਗਿਆ ਸੀ। ਕਰਮਾ ਕਦੇ ਪਾਲੇ ਰਾਗੀ ਤੋਂ ਬਾਂਹ ਛੁਡਾ ਕੇ ਤੁਰਨ ਵਾਸਤੇ ਜੁੱਤੀ ਪਾਉਣ ਲੱਗ ਪੈਂਦਾ, ਕਦੇ ਪਰਸੇ ਵਾਲੇ ਉਹ ਝਾਕਦਾ ਜਿਵੇਂ ਮੁੜਨ ਦਾ ਬਹਾਨਾ ਭਾਲਦਾ ਹੋਵੇ। ਪਰ ਪਰਸਾ ਮੁੜ ਉਸ ਵੱਲ ਝਾਕਿਆ ਨਹੀਂ। ਸ਼ੁਕਰ ਸੀ ਕਿ ਉਹ ਬੋਲਿਆ ਨਹੀਂ। ਕਰਮਚੰਦ ਨਾਲ ਪਰਸੇ ਦੇ ਗੁੱਸੇ ਦਾ ਮੁੱਢ ਅਸਲ 'ਚ ਉਦੋਂ ਵੱਜਿਆ ਸੀ ਜਦੋਂ 4-5 ਸਾਲ ਪਹਿਲਾਂ ਉਹ ਠੱਗੀ ਨਾਲ ਉਸ ਕੋਲੋਂ 325 ਰੁਪਇਆ ਹੱਥ ਉਧਾਰ ਫੜ ਕੇ ਲੈ ਗਿਆ ਸੀ, ਪਰ ਅੱਜ ਤਾਈਂ ਵੀ ਮੋੜਨ ਦਾ ਨਾਂ ਨਹੀਂ ਸੀ ਲਿਆ। ਆ ਕੇ ਘਿਣਾਂਜੀਆਂ ਪਾਉਣ ਲੱਗ ਪਿਆ ਸੀ। ਝੂਠ ਤੂਫਾਨ ਬੋਲਦਾ ਰਿਹਾ ਸੀ ਕਿ ਵੀ ਸਾਡੀ ਹਾੜੀ ਬੀਜਣ ਵਾਲੀ ਹੈ, ਵੱਡਾ ਬਲਦ ਚਾਨਚੱਕ ਮਰ ਗਿਆ, ਕੁਝ ਪੈਸੇ ਤਾਂ ਹੈਗੇ, ਜੇ 200 ਤੂੰ ਦੇ ਦੇ ਤਾਂ ਬਲਦ ਲੈ ਕੇ 4 ਕਨਾਲਾਂ ਪਹਿਲੀ ਬੀਜ ਲਈਏ, ਨਹੀਂ ਤਾਂ ਸਾਰਾ ਸਾਲ ਪਸੇਰੀ ਦਾਣੇ ਮੰਗਦੇ ਫਿਰਾਂਗੇ। ਸਾਡੇ ਅਰਗਿਆਂ ਨੂੰ ਤਾਂ ਹੱਥ ਆਧਾਰ ਵੀ ਕੋਈ ਨਹੀਂ ਦਿੰਦਾ, ਬਸ ਕਿਵੇਂ ਨਾ ਕਿਵੇਂ ਸਾਡਾ ਕੰਮ ਜ਼ਰੂਰ ਸਾਰ। ਜਿੰਨੇ ਕੁ ਕੋਲ ਸੀ ਪਰਸੇ ਨੇ ਦਿੱਤੇ, ਪਰ ਅਗਲੇ ਮਹੀਨੇ ਹੀ ਉਹਨੂੰ ਪਤਾ ਲੱਗ ਗਿਆ ਵੀ ਅਸਲ 'ਚ ਕਰਮੇ ਕਹਾਲੀ ਬਲਦ ਨਹੀਂ ਸੀ ਮਰਿਆ, ਇੱਕ ਮੌਲਾ ਮਰਿਆ ਸੀ ਜਿਹੜਾ ਇਹ ਉਹਨਾਂ ਦੇ ਲੋਕਾਂ ਦੀਆਂ ਫਸਲਾਂ ਉਜਾੜਨ ਨੂੰ ਛੱਡਿਆ ਸੀ। ਜਦੋਂ ਉੱਠਣੋਂ ਬੈਠਣੋਂ ਵੀ ਰਹਿ ਗਿਆ ਤਾਂ ਕਰਮੇ ਦੇ ਵਾੜੇ ਮੂਹਰੇ ਆ ਬੈਠਾ ਤੇ ਉੱਥੇ ਬੈਠਾ ਭੁੱਖਣ ਭਾਣਾ ਹੀ ਮਰ ਗਿਆ। ਇਸੇ ਗੱਲ ਨੂੰ ਕਰਮੇ ਨੇ ਵਧਾ ਲਿਆ ਸੀ। ਇਹ ਗੱਲ ਪਤਾ ਲੱਗਣ ਮਗਰੋਂ ਪਰਸੇ ਨੂੰ ਕਰਮੇ ਦੇ ਝੂਠ ਤੇ ਉਸ ਮੌਲੇ ਨੂੰ ਕਮੌਤ ਮਾਰਨ ਕਰਕੇ ਇੰਨਾ ਗੁੱਸਾ ਆਇਆ ਸੀ ਕਿ ਉਹਨੇ ਫਿਰ ਕਦੇ ਉਹਦੇ ਨਾਲ ਕਲਾਮ ਨਹੀਂ ਸੀ ਕੀਤੀ। ਉਹ ਜਿਹੇ ਬੰਦਿਆਂ ਨੂੰ ਚੰਡਾਲ ਸਮਝਦਾ ਸੀ ਜਿਹੜੇ ਉਸ ਗਊ ਦੇ ਜਾਏ ਨੂੰ ਤੂੜੀ ਦੇ ਰੁੱਗ ਪਿੱਛੇ ਭੁੱਖਾ ਮਾਰ ਦੇਣ, ਜਿਹਨੇ ਸਾਰੀ ਉਮਰ ਉਹਨਾਂ ਨੂੰ ਕਮਾ ਕੇ ਖਵਾਇਆ ਹੋਵੇ। ਅਜਿਹੇ ਪਾਪੀ ਬੰਦੇ ਤਾਂ ਧਰਤੀ ਤੇ ਭਾਰ ਹੁੰਦੇ ਆ। ਇਹੋ ਕਾਰਨ ਸੀ ਕਿ ਮੌਕਾ ਨਾ ਹੁੰਦਿਆਂ ਵੀ ਉਹ ਤੋਂ ਗੁੱਸਾ ਕਾਬੂ ਨਹੀਂ ਹੋਇਆ। ਰਾਗੀ ਦੇ ਕਹੇ ਕਹਾਏ ਕਰਮਾ ਕੁਛ ਦੇਰ ਹੋਰ ਅਟ ਗਿਆ, ਪਰ ਦੁਪਹਿਰ ਤੋਂ ਮਗਰੋਂ ਬਿਨਾਂ ਰਾਮ ਰਮਈਆ ਕੀਤੇ ਉੱਠ ਕੇ ਤੁਰ ਪਿਆ। ਪਰਸੇ ਨੇ ਵੀ ਫਿਰ ਉਹਨੂੰ ਨਹੀਂ ਬੁਲਾਇਆ। ਅੰਗ 6ਵਾਂ। ਕੁਛ ਦਿਨ ਤੱਕ ਘਰ ਸੁੰਨਾ ਲੱਗਦਾ ਰਿਹਾ। ਕਦੇ ਕਦਾਈ ਚਿੱਤ ਵੀ ਉਦਾਸ ਹੋ ਜਾਂਦਾ, ਪਰ ਅਜਿਹੀ ਸੁੰਨ ਤੇ ਉਦਾਸੀ ਦੀ ਪਰਸੇ ਨੂੰ ਆਦਤ ਨਹੀਂ ਸੀ। ਹੋਰ ਕੁਛ ਨਾ ਸੁਝਿਆ ਤਾਂ
ਪੱਖੋਂ ਪਿੰਡ ਤੋਂ 2 ਸੱਜਰ ਗਊਆਂ ਖਰੀਦ ਲਿਆਂਦੀਆਂ। ਇੱਕ ਤੋਕੜ ਪਹਿਲਾਂ ਹੀ ਕੋਲ ਸੀ। ਪਸ਼ੂਆਂ ਦੇ ਆਰ ਕਰਕੇ ਰੌਣਕ ਹੋ ਗਈ। ਕੀ ਗੱਲ, ਹੁਣ ਵੱਗ ਚਾਰਿਆ ਕਰੇਂਗਾ ਗੋਪਾਲ ਵਾਂਗੂ? ਹੱਥ ਨੇ ਆ ਕੇ ਪਾਲੇ ਨੇ ਵਿਹੜਾ ਭਰਿਆ ਦੇਖ ਕੇ ਕਿਹਾ। ਆਹੋ, ਪਰਸੇ ਨੇ ਗੜਕੇ ਨਾਲ ਜਵਾਬ ਦਿੱਤਾ। ਉਹਨਾਂ ਦੇ ਤਾਂ ਆਪਾਂ ਕੀ ਪਾਣੀ ਹਾਰ ਆ, ਪਰ ਮੈਂ ਕਿਹਾ ਹੁਣੇ ਹੀ ਕੰਮ ਵੀ ਕਰਕੇ ਦੇਖ ਲਈਏ। ਵੇਲੇ ਕੁ ਵੇਲੇ ਯਾਰ ਨਾਲ ਰੋਟੀ ਕਦੇ ਨਹੀਂ ਵੀ ਪਕਾਈ ਜਾਂਦੀ ਤਾਂ ਮੁੰਡੇ ਦੁੱਧ ਪੀ ਕੇ ਸੌਂ ਜਿਆ ਕਰਨਗੇ। ਫਿਰ ਕੁਛ ਰੁੱਕ ਕੇ ਉਹਨੇ ਕਿਹਾ, ਅਸਲ 'ਚ ਹੁਣ ਤਾਂ ਬਿਮਾਰੀ ਨਹੀਂ ਖਹਿੜਾ ਨਹੀਂ ਛੱਡਿਆ। ਹੁਣ ਮੁੰਡਿਆਂ ਵਾਸਤੇ ਦੁੱਧ ਬਾਅਦ ਦਾ ਪ੍ਰਬੰਧ ਕਰਨ ਦੀ ਸੁਰਤ ਆਈ ਆ। ਉਹਨਾਂ ਦੀ ਖਾਤਰ ਹੀ ਲਿਆਂਦੀਆਂ, ਹੋਰ ਆਪਾਂ ਤਾਂ ਕੀ ਹੁਣ ਘੋਲ ਬੰਨਣਾ। ਪਾਲਾ ਵੀ ਆਪਣੇ ਸੁਭਾਅ ਕਰਕੇ ਇਹੋ ਜਿਹੇ ਮਾਮੂਲੀ ਹਾਸੇ ਠੱਠੇ ਤੋਂ ਗਾਂਹ ਕਦੇ ਨਹੀਂ ਸੀ ਗਿਆ। ਗੰਭੀਰ ਹੋ ਕੇ ਬੋਲਿਆ, ਗੋਕੇ ਦੁੱਧ ਦੀ ਤਾਂ ਫਿਰ ਰੀਸ ਨਹੀਂ। ਆਯੁਰਵੈਦ 'ਚ ਤਾਂ ਇਹਨੂੰ ਰਸਾਇਣ ਲਿਖਿਆ ਹੈ। ਅੰਮ੍ਰਿਤ ਸਾਗਰ ਇੱਕ ਗ੍ਰੰਥ ਹੈ ਵੈਦਕ ਦਾ, ਉਸ 'ਚ ਵੀ ਇਸ ਦੁੱਧ ਦੇ ਬੜੇ ਗੁਣ ਲਿਖੇ ਹੈ। ਗਊ ਦੇ ਧਾਰੋਸ਼ਨ ਦੁੱਧ ਦੀ ਮਹਿਮਾ ਦਾ ਤਾਂ ਅੰਤ ਹੀ ਨਹੀਂ ਕੋਈ। ਉਹ ਤੋਂ ਆਪਾਂ ਕੀ ਲੈਣਾ? ਆਪਾਂ ਤਾਂ ਬੀਰੋ ਦੇ ਬਚਨਾਂ ਦੀ ਪਾਲਣਾ ਕਰਨੀ ਹੈ। ਮੁੜ ਮੁੜ ਆਖਦੀ ਰਹਿੰਦੀ ਸੀ, ਦੇਖੀ ਮੇਰੇ ਪੁੱਤਾਂ ਨੂੰ ਮਗਰੋਂ ਰੋਲ ਦਿੰਦਾ ਕਿਤੇ। ਪਾਲੇ ਦਾ ਮਨ ਸਥਿਰ ਨਹੀਂ ਰਿਹਾ। ਬੀਰੋ ਦਾ ਨਾਂ ਸੁਣਦੇ ਹੀ ਮਨ ਭਰ ਆਉਂਦਾ ਸੀ। ਕਦੇ ਇਸ ਘਰ ਨੂੰ ਉਹਨੇ ਬੀਰੋ ਤੋਂ ਬਿਨਾਂ ਚਿਤਵਿਆ ਹੀ ਨਹੀਂ ਸੀ। ਨਾਲੇ ਬੀਰੋ ਵਰਗੀ ਤੀਵੀਂ ਨਾਲ 15 ਵਰ੍ਹੇ ਪਰਿਵਾਰਕ ਸੁੱਖ ਭੋਗ ਕੇ ਕੋਈ ਬੰਦਾ ਇਕੱਲਾ ਰਹਿ ਕਿਵੇਂ ਸਕਦਾ ਸੀ। ਇਸੇ ਕਰਕੇ ਹੁਣ ਜਦੋਂ ਪਰਸਾਨੀ ਬਹਾਨੀ ਬੀਰੋ ਦਾ ਨਾਂ ਲੈਂਦਾ ਤਾਂ ਪਾਲੇ ਨੂੰ ਉਹ ਚਿੱਤੋਂ ਡੋਲਦਾ ਲੱਗਦਾ। ਪਰਸੇ ਨਾਲ ਉਹਦਾ ਮੋਹ ਪਿਆਰ ਉਹਦੇ ਸਵੱਛ ਮਨ ਤੇ ਯੋਧਿਆਂ ਵਰਗੀ ਦਲੇਰੀ ਤੇ ਹੌਸਲੇ ਕਰਕੇ ਹੀ ਪਿਆ ਸੀ। ਪਰਸੇ ਦੀ ਕਿਸੇ ਕਮਜ਼ੋਰੀ ਨੂੰ ਉਹ ਸਹੀ ਨਹੀਂ ਸੀ ਸਕਦਾ। ਇਸ ਕਰਕੇ ਗੱਲ ਹੀ ਹੋਰ ਪਾਸੇ ਪਾਉਂਦਿਆਂ ਬੋਲਿਆ, ਐਤਕੀ ਮਾਰੂ ਪਹਿਲੀ ਆਪ ਵਾਹੁਣ ਦੀ ਸਲਾਹ ਹੈ ਕਿ ਕਿਸੇ ਨੂੰ ਹਿੱਸੇ ਤੇ ਦੇਣੀ ਹੈ? ਕਈ ਬੰਦੇ ਪੁੱਛਣ ਆਏ ਹੈ, ਮੈਂ ਕਹਿਤਾ ਵੀ ਪੁੱਛ ਕੇ ਦੱਸੋ। ਉਹ ਤਾਂ ਰਾਗੀ ਆਪਾਂ ਊਂ ਫਰੋਖਤ ਕਰ ਦੇਣੀ ਹੈ। ਕਿਉਂ, ਇਹ ਕੀ ਗੱਲ ਬਣੀ? ਤੂੰ ਸਿਆਣਾ, ਖਰਚ ਕਿੰਨਾ ਹੋਇਆ? ਨਾਲੇ ਫੇਰ ਆ ਗਊਆਂ ਲੈ ਆਂਦੀਆਂ, ਅਜੇ ਇੱਕ ਬਲਦ ਲੈਣਾ, ਇਹ ਖਰਚੇ ਕਿੱਥੋਂ ਪੂਰੇ ਹੋਣਗੇ? ਠੀਕਰੀਆਂ ਦੇ ਤਾਂ ਪੈਸੇ ਬਣਦੇ ਨਹੀਂ। ਪਾਲੇ ਨੂੰ ਕੋਈ ਗੱਲ ਨਹੀਂ ਸੁੱਝੀ। ਉਹਨੂੰ ਜਾਪਿਆ ਅਜਿਹੀ ਸਮੱਸਿਆ ਦਾ ਕੋਈ ਹੱਲ ਉਹ ਵੀ ਨਹੀਂ ਦੱਸ ਸਕਦਾ। ਪਰ ਗੱਲ ਹਰ ਪਾਸਿਓਂ ਵਲਾ ਕੇ ਉਸ ਢਿੱਲੀ ਜੀ ਆਵਾਜ਼ 'ਚ ਕਿਹਾ, ਤੂੰ ਪਹਿਲਾਂ ਦੱਸਦਾ, ਆਪਾਂ ਕੋਈ ਹੋਰ ਬੰਦੋਬਸਤ ਕਰਾ ਲੈਂਦੇ। ਕੁਛ ਨਾ ਕੁਛ ਪ੍ਰਬੰਧ ਤਾਂ ਹੋ ਹੀ ਜਾਂਦਾ। ਕੀ ਪ੍ਰਬੰਧ ਹੋ ਜਾਂਦਾ? ਤੇਰਾ ਬੈਂਕ ਖੋਲਿਆ। ਨਾਲੇ ਆਪਾਂ ਤਾਂ ਹੁਣ ਇਰਾਦਾ ਹੀ ਹੋਰ ਕਰ ਲਿਆ। ਉਹ ਕੁਝ ਸੋਚ ਕੇ ਬੋਲਿਆ, ਮੁੰਡਿਆਂ ਨੂੰ ਹੁਣ ਵਿੱਦਿਆ ਪੜ੍ਹਾਉਣੀ ਹੈ, ਜਿੰਨੇ ਜੋਗੇ ਉਹ ਹੈ। ਨਾ ਖਵਾਉਣ ਪਿਆਉਣ ਦੀ ਕਸਰ ਰਹਿਣ ਦੇਣੀ ਹੈ, ਨਾ ਵਿੱਦਿਆ ਦੀ। ਬੀਰੋ ਦੀ ਵੀ ਇਹੀ ਇੱਛਾ ਸੀ। ਆਪਣੀ ਛੱਪਰੀ ਤਾਂ ਮਹਿਲ ਬਣਨੋਂ ਰਹੀ, ਫਿਰ ਸਰਕੜਾ ਨਾ ਪਾਇਆ ਫੂਸ ਪਲਾ ਪਾ ਲਿਆ। ਇਹਦੇ ਨਾਲ ਕੀ ਫਰਕ ਪੈਂਦਾ? ਪਾਲੇ ਨੂੰ ਉਹਦੀ ਅਜਿਹੀ ਕੋਈ ਵੀ ਗੱਲ ਹੈਰਾਨ ਨਹੀਂ ਸੀ ਕਰਦੀ, ਇਸ ਲਈ ਅਗਾਂਹ ਗੱਲ ਨਹੀਂ ਛੇੜੀ। ਆਉਂਦੀ ਨਿਮਾਣੀ ਨੂੰ ਪਰਸੇ ਨੇ ਆਪਣੀ ਧੂਰਕੋਟ ਦੀ ਜੂਹ ਨਾਲ ਲੱਗਦੀ 3.5 ਘੁਮਾ ਮਾਰੂ ਜ਼ਮੀਨ ਧੂਰਕੋਟ ਦੇ ਖੀਵੇ ਪੰਡਤ ਨੂੰ ਬੈ ਕਰਤੀ। ਉਹਨਾਂ ਪੈਸਿਆਂ ਨਾਲ ਉਹਨੇ ਪਹਿਲਾਂ ਪਿਛਲਾ ਲੈਣਾ ਦੇਣਾ ਨਿਬੇੜਿਆ। ਫਿਰ ਗਲੀ ਵਾਲੇ ਪਾਸੇ ਬਾਰ ਦੇ ਨਾਲ ਲੱਗਵੀਂ ਇੱਕ ਬੈਠਕ ਛੱਤ ਲਈ ਇੱਕ ਨਿੱਕਾ ਮੇਜ਼ ਤੇ 4 ਕੁਰਸੀਆਂ ਲਿਆਂਦੀਆਂ। 2 ਪਿੱਤਲ ਦੇ ਥੱਲਿਆਂ ਤੇ ਵੱਡੀਆਂ ਚਿਮਨੀਆਂ ਵਾਲੇ ਲੈਂਪ ਲਿਆਂਦੇ। ਰੋਟੀ ਟੁੱਕ ਪਕਾਉਣ ਅੱਕੋ ਨੈਣ ਆ ਜਾਂਦੀ। ਕੱਲੀ ਕਾਰੀ ਹੋਣ ਕਰਕੇ ਉਹ ਜਿਹੇ ਘਰਾਂ 'ਚ ਕੰਮ ਕਰਕੇ ਗੁਜ਼ਾਰਾ ਕਰਦੀ ਸੀ। ਜਦੋਂ ਕਦੇ ਵਿਆਹ ਸਾਹੇ ਦਾ ਜ਼ੋਰ ਹੁੰਦਾ ਤਾਂ ਅੱਕੋ ਉੱਧਰ ਰੁੱਝ ਜਾਂਦੀ ਤੇ ਚਾਰੇ ਪਿਓ ਪੁੱਤ ਰਲ ਕੇ ਕਮਲੀਆਂ ਰਮਲੀਆਂ ਆਪ ਥੱਪ ਲੈਂਦੇ। ਅਜਿਹੀਆਂ ਗੱਲਾਂ ਕਰਕੇ ਪਿੰਡ 'ਚ ਫਿਰ ਚਰਚਾ ਛਿੜੀ ਹੋਈ ਸੀ ਤੇ ਬਹੁਤੀ ਚਰਚਾ ਇਸ ਗੱਲ ਦੀ ਸੀ ਕਿ ਉਹ ਤੜਕੇ ਮੂੰਹ ਨੇਰੇ ਮੁੰਡਿਆਂ ਨੂੰ ਉਠਾ ਕੇ ਕੱਸੀ ਤਾਈਂ ਆਪ ਭਾਂਜ ਲਵਾਉਂਦਾ ਸੀ। ਕੱਸੀ ਪਿੰਡੋਂ 2 ਕੋਹ ਵਾਟ ਸੀ, ਪਰ ਸਾਰਿਆਂ ਤੋਂ ਛੋਟੇ ਬਸੰਤੇ ਨੂੰ ਸੂਏ ਨੂੰ ਹੱਥ ਲਾ ਕੇ ਮੁੜਨ ਦੀ ਛੋਟ ਦਿੱਤੀ ਹੋਈ ਸੀ। ਮੁੜਨ ਸਾਰ ਉਹਨਾਂ ਨੂੰ ਤੱਤਾ ਦੁੱਧ ਛੰਨੇ ਭਰ ਮੱਲੋ ਮੱਲੀ ਪਿਆਉਂਦਾ। 3 ਗਊਆਂ ਦੇ 15-16 ਸਿਰ ਦੁੱਧ ਵਿੱਚੋਂ ਰਾਤ ਤਾਈਂ ਅੱਧਾ ਤਾਂ ਪਿਆ ਦਿੰਦਾ, ਬਾਕੀ ਜਮਾ ਕੇ ਰਿੜਕ ਲੈਂਦਾ। ਥੇਈ ਵਾਲੇ ਦਿਨ 2 ਡੰਗ ਰੋਟੀ ਨਹੀਂ ਸੀ ਪਕਾਉਂਦਾ। ਸਾਰਾ ਦਿਨ ਉਹ ਚਾਰੇ ਪਿਓ ਪੁੱਤ ਦੁੱਧ ਤੇ ਹੀ ਰਹਿੰਦੇ। ਸੱਥ 'ਚ ਲੋਕ ਸਵਾਦ ਲੈ ਲਾ ਗੱਲਾਂ ਕਰਦੇ, ਗੱਲਾਂ ਬਣਾਉਂਦੇ। ਇੱਕ ਦਿਨ ਉਹ ਸਾਰਿਆਂ ਤੋਂ ਛੋਟਾ ਬਸੰਤਾ ਕਿਧਰੇ ਛੰਨੇ 'ਚ ਦੁੱਧ ਜੂਠਾ ਛੱਡ ਕੇ ਢਿੱਡ ਤੇ ਹੱਥ ਫੇਰਦਾ ਬਸ ਭਰ ਗਿਆ ਕਹਿ ਕੇ ਉੱਠ ਖੜੋਤਾ। ਪਰਸੇ ਨੇ ਖੂੰਡਾ ਚੱਕ ਲਿਆ। ਪਹਿਲਾਂ ਸਾਰਾ ਦੁੱਧ ਪਿਆਇਆ, ਫਿਰ ਡੇਰੇ ਤਾਈਂ 5 ਵਾਰੀ ਭਾਂਜ ਲਵਾਈ। ਪੋਹ ਦੇ ਮਹੀਨੇ ਵੀ ਛੋਰ ਮੁੜਕੋ ਮੁੜਕੀ ਹੋ ਗਿਆ। ਅਕੇ ਤੁਬਕਾ ਹੱਡਾਂ 'ਚ ਰਚਾ ਕੇ ਛੱਡੂ। ਤਾਂ ਹੀ ਬਾਹਮਣ ਚਾਪੜਾਂ ਵਰਗੇ ਹੁੰਦੇ ਜਾਂਦੇ ਆ ਕਿ ਉਹ ਵੱਡੇ 2 ਸਕੂਲ 'ਚ ਕਿਸੇ ਨੂੰ ਖੰਘਣ ਨਹੀਂ ਦਿੰਦੇ। ਇੱਕ ਦਿਨ ਅੱਧੀ ਛੁੱਟੀ ਵੇਲੇ 2 ਇੱਕ ਡਾਣੀ ਤੇ ਪੱਗ ਪਾ ਕੇ ਝੰਡੀ ਬਣਾਈ ਫਿਰਨ ਕਿ ਆਓ ਕੋਈ ਝੰਡੀ ਨੂੰ ਪਾਓ ਹੱਥ। ਚਾਮ 'ਚ ਰੋਡੂ ਦਾ ਵੱਡਾ ਛੋਰ ਝੰਡੀ ਫੜ ਬੈਠਾ। ਫਿਰ ਤੂੰ ਦੇਖ ਲੈ, ਉਹਨਾਂ ਦੇ ਵਿਚਾਲੜੇ ਨੇ ਉਹ ਜਿਹੜਾ ਪੋਲਾ ਵੱਜਦਾ ਹੈ, ਉਸ ਛੋਰ ਦੀਆਂ ਬੋੜੀਆਂ ਘਤਾਤੀਆਂ। ਮਾਸਟਰਾਂ ਨੇ ਮਸਾਂ ਛਡਾਇਆ।
ਉਹ ਹੇਠਾਂ ਪਿਆ ਕੇ ਬਾਪੂ ਮੈਨੂੰ ਪਿੱਠ ਲਾ ਲੈਣ ਦੇ, ਪਰ ਉੱਤੋਂ ਕਹੀ ਜਾਏ ਨਹੀਂ ਤੂੰ ਝੰਡੀ ਇੱਕ ਵਾਰੀ ਹੋਰ ਫੜ। ਕਿਉਂ ਫੜਨੀ ਆ ਝੰਡੀ? ਲੈ ਦੱਸ। ਐਸੇ ਕੰਬਖਤ ਜ਼ਹਿਰੀ ਬਾਹਮਣ ਹੈ ਪਰਸਰਾਮ ਦੀ ਔਲਾਦ। ਇਹਨਾਂ ਦਾ ਵੱਡਾ ਵਡੇਰਾ ਪਰਸਰਾਮ ਤਾਂ ਕਹਿੰਦੇ ਕੁਹਾੜਾ ਲੈ ਕੇ ਮਗਰ ਪੈ ਗਿਆ ਸੀ, ਅਖੇ ਮੈਂ ਸਾਰੇ ਖੱਤਰੀ ਰਾਜਿਆਂ ਦਾ ਮਲੀਆ ਮੇਟ ਕਰਕੇ ਛੱਡੂ। ਇਹ ਜਾਤ ਤਾਂ ਜੁਗਾਂ ਜੁਗਾਂਤਰਾਂ ਦੀ ਜ਼ਹਿਰੀ ਆ। ਮੈਂ ਤਾਂ ਜਾ ਰਹੇ ਵੀ ਸੁਣਿਆ ਵੀ ਗਿਆਨ ਦਾ ਸਾਲੀ ਟਿੱਬੀ ਤੇ ਜਾ ਕੇ ਚਾਰੇ ਪਿਓ ਪੁੱਤ ਇਕੱਠੇ ਕੌਡੀ ਬਾਡੀ ਵੀ ਖੇਡਦੇ ਆ। ਲੈ ਹੋਰ ਸੁਣ ਲੈ। ਓਏ ਨਹੀਂ, ਸੌਂ ਢਾਂਡੀ ਦੀ ਸੱਚੀ ਖੇਡਦੇ ਆ। ਲੋਕਾਂ ਦੀ ਚਰਚਾ ਚੱਲਦੀ ਰਹੀ, ਪਰ ਪਰਸੇ ਨੇ ਜਿਵੇਂ ਸੋਚਿਆ ਸੀ, ਜਿਵੇਂ ਮਨ 'ਚ ਧਾਰੀ ਸੀ, ਉਹਦੇ ਅਨੁਸਾਰ ਸਭ ਕਰੀ ਗਿਆ। ਜੇ ਕੋਈ ਗੱਲ ਉਹਨੂੰ ਦੱਸਣ ਵਾਲੀ ਲੱਗਦੀ ਤਾਂ ਰਾਗੀ ਨੂੰ ਦੱਸ ਦਿੰਦਾ, ਹੋਰ ਕੋਈ ਕੁਝ ਪੁੱਛਦਾ ਵੀ ਨਹੀਂ ਸੀ। ਆਮ ਲੋਕ ਉਹਨੂੰ ਪਹਿਲਾਂ ਵੀ ਬਹੁਤਾ ਸਾਊ ਨਹੀਂ ਸੀ ਸਮਝਦੇ, ਭਾਵੇਂ ਉਹ ਪਿਛਲੇ 6-7 ਵਰ੍ਹਿਆਂ ਤੋਂ ਕਦੇ ਕਿਸੇ ਨਾਲ ਨਹੀਂ ਸੀ ਖੇਬੜਿਆ। ਪਰ ਅਜੇ ਵੀ ਲੋਕਾਂ ਨੂੰ ਡਰ ਰਹਿੰਦਾ, ਜੇ ਕਿਸੇ ਨਾਲ ਵੀ ਸਿੰਘ ਫਸ ਗਏ ਉਹ ਜੜੋਂ ਪੁੱਟੇ ਬਿਨਾਂ ਨਹੀਂ ਛੱਡੇਗਾ। ਪਰਸੇ ਨੂੰ ਅੱਜ ਵੀ ਕਦੇ-ਕਦੇ ਇਉਂ ਲੱਗਦਾ ਜਿਵੇਂ ਉਹ ਸਾਰੇ ਪਿੰਡ ਤੋਂ ਨਿਖੜਿਆ ਹੋਇਆ ਸੀ। ਉਹ ਗੱਲ ਉਹਨੂੰ ਵੀ ਚੰਗੀ ਨਹੀਂ ਸੀ ਲੱਗਦੀ, ਪਰ ਕਰੇ ਕੀ। ਇੱਕ ਦਿਨ ਪਾਲੇ ਨੇ ਉਹਨੂੰ ਗੰਭੀਰਤਾ ਨਾਲ ਸਮਝਾਇਆ, ਪੰਡਤਾ, ਜੱਗ ਤਾਂ ਕਿਸੇ ਨਾ ਕਿਸੇ ਤਰ੍ਹਾਂ ਰੱਖਣਾ ਹੀ ਪੈਂਦਾ ਹੈ, ਬੰਦਾ ਹੋਰ ਜਾਵੇ ਵੀ ਕਿਹੜੇ ਪਾਸੇ। ਸਿਆਣੇ ਕਹਿੰਦੇ ਹੁੰਦੇ ਆ, ਖਾਈਏ ਮਨ ਭਾਉਂਦਾ, ਪਹਿਨੀਏ ਜੱਗ ਭਾਉਂਦਾ। ਇਸੇ ਤਰ੍ਹਾਂ ਰਹਿਣਾ ਵੀ ਜੱਗ ਭਾਉਂਦੇ ਮੂਜਬ ਹੀ ਪੈਂਦਾ। ਜੇ ਇਸੇ ਜੱਗ ਦਾ ਖਿਆਲ ਨਾ ਕਰੀਏ ਤਾਂ ਲੋਕ ਐਵੇਂ ਹੀ ਵੈਰ ਵਿੱਢੀ ਰੱਖਦੇ ਆ। ਉਹਨਾਂ ਨੂੰ ਤਾਂ ਕੋਈ ਗੱਲ ਚਾਹੀਦੀ ਆ। ਜੇ ਜੱਗ ਰੱਖਣਾ ਹੀ ਨਾ ਆਉਂਦਾ ਹੋਵੇ ਫਿਰ ਬੰਦਾ ਕੀ ਕਰੇ ਰਾਗੀਆ? ਫਿਰ ਸੰਸਾਰ ਦੀ ਕਰੋਪੀ ਭੁਗਤੇ। ਉਹ ਤਾਂ ਸਾਰੀ ਉਮਰ ਦੇ ਹੀ ਭੁਗਤੀ ਜਾਂਦੇ ਆ, ਕੋਈ ਨਵੀਂ ਗੱਲ? ਪਾਲੇ ਨੂੰ ਅਜਿਹੇ ਵੇਲੇ ਆਪਣਾ ਸਾਰਾ ਗਿਆਨ ਤੇ ਸਿਆਣਪ ਨਿਰਰਥਕ ਲੱਗਣ ਲੱਗ ਪੈਂਦੇ ਤੇ ਪਰਸਾ ਬੇਵਾਰਾ ਹੋਇਆ ਲੱਗਦਾ। ਉਹਨੂੰ ਅਜਿਹਾ ਸੂਰਮਾ ਲੱਗਦਾ ਜੋ ਦੀਨ ਕੇ ਹੇਤ ਲੜ ਲੜ ਮਰ ਸਕਦਾ ਸੀ। ਦੀਨ ਨਾ ਹੈ ਰਾਗੀਆ ਧਰਮ ਦਾ, ਧਰਮ ਨਾ ਹੈ ਕਰਮ ਦਾ। ਕਰਮ ਤੋਂ ਬਿਨਾਂ ਬੰਦਾ ਕਾਹਦਾ? ਤੂੰ ਤਾਂ ਗੁਣੀ ਗਿਆਨੀ ਹੈ, ਖੰਡ ਪੱਠੀ ਰਿਹਾ, ਮਹਾਭਾਰਤ ਤੇ ਗੀਤਾ ਪੜ੍ਹੀ ਹੈ। ਮੈਂ ਤਾਂ ਭਲਾ ਅਨਪੜ੍ਹ ਹਾਂ। ਮੇਰੀ ਇਹ ਗੱਲ ਠੀਕ ਨਹੀਂ ਤੇਰੇ ਖਿਆਲ 'ਚ? ਬਿਲਕੁਲ ਠੀਕ ਹੈ, ਜਮਾਂ 16 ਆਨੇ ਖਰੀ ਹੈ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਤਾਂ ਆਪ ਫਰਮਾਇਆ, ਧਰਮ ਸਰਮ ਦੋਏ ਛੱਪ ਖਲੋਤੇ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਧਰਮ ਨੂੰ ਕੂੜ ਦੇ ਟਾਕਰੇ ਤੇ ਰੱਖਿਆ। ਕੂੜ ਦੀ ਥਾਂ ਸੱਚ, ਇਸ ਕਰਕੇ ਧਰਮ ਨਾਮ ਕਹੀਏ ਸੱਚ ਦਾ। ਤੇ ਕਰਮ ਬਿਨਾਂ ਧਰਮ ਨਹੀਂ, ਕਰਮ ਹੀ ਸਰਬ ਉੱਤਮ ਧਰਮ ਹੈ। ਇਹ ਗ੍ਰੰਥਕਾਰਾਂ ਨੇ ਵੀ ਲਿਖਿਆ। ਇਹ ਤੇਰੇ ਗੁਰੂ ਗਿਆਨ ਦੀ ਤਾਂ ਸਮਝ ਨਹੀਂ, ਪਰ ਧਰਮ ਦੇ ਸਿੱਧੇ ਅਰਥ ਇਹੋ ਲੱਗਦੇ ਆ ਵੀ ਜਿਵੇਂ ਮੇਰਾ ਧਰਮ ਹੈ ਵੀਰੋ ਦੇ ਬਚਨ ਪਾਲਣਾ, ਉਹਦੇ ਬੱਚਿਆਂ ਦੀ ਪਾਲਣਾ ਕਰਨਾ। ਇਹਦੇ ਪਿੱਛੇ ਜੇ ਸਰੀਰ ਵੀ ਲਾਉਣਾ ਪਏ ਤਾਂ ਉਹ ਧਰਮ ਲੇਖੇ ਲੱਗਿਆ ਸਮਝੀਏ। ਹੋਰ ਇਦੋਂ ਵੱਧ ਮੇਰੀ ਸਮਝ ਤਾਂ ਧਰਮ ਦੇ ਅਰਥ ਕੋਈ ਨਹੀਂ ਆਉਂਦੇ। ਜੇ ਗਲਤ ਹੈ ਤਾਂ ਗਲਤ ਹੀ ਸਹੀ। ਠੀਕ ਹੈ, ਠੀਕ ਹੈ, ਧਰਮ ਦੇ ਅਰਥ ਵੀ ਕਾਲ ਦੇ ਸਮੇਂ ਮੂਜਬ ਹੀ ਹੁੰਦੇ ਆ। ਇੱਕ ਸਮੇਂ ਜੀਵ ਹੱਤਿਆ ਮਹਾਪਾਪ ਹੈ, ਇੱਕ ਵੇਲੇ ਧਰਮ ਹੈ, ਜਿਵੇਂ ਅਸ਼ਵਮੇਧ ਯੱਗ 'ਚ। ਇਹਦਾ ਫੈਸਲਾ ਵੀ ਬੰਦੇ ਦਾ ਅੰਤਰਾਤਮਾ ਹੀ ਕਰ ਸਕਦਾ ਹੈ। ਮੇਰੇ ਖਿਆਲ 'ਚ ਕੋਈ ਗ੍ਰੰਥ ਜਾਂ ਗਿਆਨੀ ਇਹਦਾ ਫੈਸਲਾ ਨਹੀਂ ਕਰ ਸਕਦਾ ਕਿ ਕਰ ਸਕਦਾ। ਰਾਗੀ ਨੂੰ ਜਾਪਿਆ ਇਹ ਗੱਲ ਉਹਨੂੰ ਜ਼ਿੰਦਗੀ 'ਚ ਪਹਿਲੀ ਵਾਰ ਸਮਝ ਪਈ ਸੀ ਕਿ ਧਰਮ ਕਰਮ ਦਾ ਨਿਰਣਾ ਬੰਦੇ ਦਾ ਅੰਤਰਾਤਮਾ ਹੀ ਕਰ ਸਕਦਾ। ਉਹਦਾ ਪਰਸੇ ਅੱਗੇ ਸਿਰ ਝੁਕਾਉਣ ਨੂੰ ਜੀ ਕੀਤਾ, ਪਰ ਫਿਰ ਮਨ ਦੇ ਵਹਿਣਾਂ 'ਚ ਵਹਿੰਦਿਆਂ ਕਿਹਾ, ਤੇਰੀ ਬਾਤ ਸੱਤ ਹੈ, ਸੱਤ ਹੈ। ਧਰਮ ਕਰਮ ਸੱਚ ਕੂੜ ਸਾਰਿਆਂ ਵਾਸਤੇ ਸਮਾਨ ਅਰਥਾਂ ਵਾਲੇ ਸ਼ਬਦ ਨਹੀਂ ਹੋ ਸਕਦੇ। ਹਰ ਬੰਦਾ ਆਪਣੀ ਬੁੱਧੀ ਤੇ ਮਤ ਮੁਜਬ ਅਰਥ ਕੱਢਦਾ ਹੈ। ਇਉਂ ਫਿਰ ਅੰਤਰਾਤਮਾ ਹੀ ਨਿਰਣਾ ਕਰਦਾ ਹੋਇਆ। ਮੇਰੀ ਤਾਂ ਇਹੋ ਸਮਝ ਹੈ। ਹਾਂ ਹਾਂ, ਜਿਵੇਂ ਕਿਸੇ ਨੂੰ ਮਾਫਕ, ਕਿਸੇ ਨੂੰ ਬਾਦੀ। ਤੇ ਪਰਸਾ ਠਾਕਾ ਮਾਰ ਕੇ ਹੱਸ ਪਿਆ। ਧੰਨਵਾਦ।